हेलो स्टूडेंट्स, गुड मॉर्निंग। ਕਿਵੇਂ ਹੋ ਸਾਰੇ? ਵੈਲਕਮ ਟੂ ਟੌਪਸ ਆਪ ਅਕੈਡਮੀ। ਉਮੀਦ ਹੈ ਵਧੀਆ ਤਿਆਰੀ ਕਰ ਰਹੇ ਹੋਵੋਗੇ। ਤਾਂ ਅਸੀਂ ਐਮਸੀਕਿਊ ਦੇ ਅੱਜ ਸਿਵਿਕਸ ਦਾ ਥਰਡ ਲੈਕਚਰ ਲਗਾ ਰਹੇ ਹਾਂ। ਤਾਂ ਸਟੂਡੈਂਟ, ਉਮੀਦ ਹੈ ਤੁਹਾਨੂੰ ਕੁਐਸਚਨਸ ਐਮਸੀਕਿਊਜ਼ ਵਧੀਆ ਲੱਗ ਰਹੇ ਹੋਣਗੇ, ਕਿਉਂਕਿ ਬਹੁਤ ਈਜ਼ੀ ਵੀ ਨਹੀਂ ਹੈਗੇ ਤੇ ਬਹੁਤ ਔਖੇ ਵੀ ਨਹੀਂ ਹੈਗੇ। ਤਾਂ ਇਹ ਉਹੀ ਕੁਐਸਚਨ ਕਲਿੱਕ ਬੱਚਾ ਕਰ ਸਕਦਾ ਜਿਹੜਾ ਕਿ ਟੌਪਿਕਸ ਨੂੰ ਪੜ੍ਹ ਰਿਹਾ ਹੈ ਨਾਲ ਨਾਲ। ਤਾਂ ਇਹ ਸਿੱਧੇ ਕੁਐਸਚਨ ਜੋ ਹੈਗੇ ਕਲਿੱਕ ਨਹੀਂ ਹੋ ਸਕਦੇ। ਤਾਂ ਅਸੀਂ ਸ਼ੁਰੂ ਕਰਦੇ ਹਾਂ ਸਟੂਡੈਂਟ। ਅੱਜ ਜੋ ਕੁਐਸਚਨ ਫਸਟ ਹੈਗਾ ਸਾਡੇ ਸਾਹਮਣੇ, ਤਾਂ ਉਹ ਹੈਗਾ ਉਲਫਾ ਕੱਟੜਪੰਥੀ ਕਿਸ ਰਾਜ ਦੇ ਨਾਲ ਸੰਬੰਧਿਤ ਹੈ? ਤਾਂ ਉਲਫਾ, ਠੀਕ ਹੈ, ਇਹ ਜ਼ਿਆਦਾ ਉਲਫਾ ਹੀ ਇਸ ਨੂੰ ਬੋਲਿਆ ਜਾਂਦਾ ਹੈ। ਵੈਸੇ ਇਹਦੀ ਫੁੱਲ ਫਾਰਮ ਅਸੀਂ ਸਭ ਤੋਂ ਪਹਿਲੇ ਇਹਦੀ ਫੁੱਲ ਫਾਰਮ ਕਰਨੇ ਆ, ਫਿਰ ਮੈਂ ਤੁਹਾਨੂੰ ਦੱਸਾਂਗੀ ਕਿ ਇਹ ਕਿਹੜੀ ਸਟੇਟ ਦੇ ਨਾਲ ਸੰਬੰਧਿਤ ਹੈ। ਤਾਂ ਯੂਨਾਈਟਿਡ ਲਿਬਰੇਸ਼ਨ फ्रंट ऑफ असम, ठीक है। ਤਾਂ ਤੁਹਾਨੂੰ ਇੱਥੋਂ ਫੁੱਲ ਫਾਰਮ ਤੋਂ ਹੀ ਪਤਾ ਲੱਗ ਗਿਆ ਹੋਣਾ ਕਿ ਇਹ ਕਿਹੜੀ ਸਟੇਟ ਦੇ ਨਾਲ ਰਿਲੇਟਡ ਹੈਗਾ। ਤਾਂ ਅਸਾਮ ਦੇ ਨਾਲ ਰਿਲੇਟ ਹੈਗਾ, ਠੀਕ ਹੈ। ਇਹਦੀ ਫੁੱਲ ਫਾਰਮ ਵੀ ਸਾਨੂੰ ਜ਼ਰੂਰ ਪਤਾ ਹੋਣੀ ਚਾਹੀਦੀ, ਇਹ ਵੈਰੀ ਇੰਪੋਰਟੈਂਟ ਹੈਗਾ। ਤੇ ਤੁਹਾਨੂੰ ਦੱਸਦੇ ਹਾਂ ਕਿ ਬਣਿਆ ਇੱਕ ਵਧੀਆ ਕੰਮ ਲਈ ਸੀਗਾ, ਪਰ ਇਹਨੂੰ ਬਾਅਦ ਵਿੱਚ ਜੋ ਆਤੰਕਵਾਦੀ ਸੰਗਠਨ ਦੇ ਜੋ ਨਾਮ ਦੇ ਦਿੱਤਾ ਗਿਆ। ਤਾਂ ਇਹਦੀ ਫੁੱਲ ਫਾਰਮ ਜੋ ਹੈ ਯੂਨਾਈਟਿਡ ਲਿਬਰੇਸ਼ਨ ਫਰੰਟ ਆਫ ਅਸਮ, ਠੀਕ ਹੈ ਜੀ। ਇਹ ਜੋ ਉਲਫਾ ਹੈ ਇਹ ਕਦੋਂ ਬਣਿਆ? ਤਾਂ 7 ਅਪ੍ਰੈਲ 1979 ਦੇ ਵਿੱਚ ਜੋ ਅਸਾਮ ਦੇ ਸ਼ਿਵ ਸਾਗਰ ਦੇ ਜੋ ਹੈਗਾ ਇੱਕ ਛੋਟਾ ਜਿਹਾ ਸਥਾਨ ਹੈ ਰੰਗਰ, ਉੱਥੇ ਅਸਾਮ ਦੇ ਵਿੱਚ ਇੱਥੇ ਇਹਦੀ ਸਥਾਪਨਾ ਹੋਈ ਸੀਗੀ 7 ਅਪ੍ਰੈਲ 1979 ਦੇ ਵਿੱਚ। ਤੇ ਇਹ ਜੋ ਹੈ ਇੱਕ आतंकवादी ते जो है उग्रवादी संगठन है, ठीक है। ਇਹ ਆਤੰਕਵਾਦੀ ਤੇ ਉਗਰਵਾਦੀ ਸੰਗਠਨ ਹੈ, ਇਹ ਹੋ ਗਿਆ। ਤਾਂ ਜੋ ਭਾਰਤੀ ਸੈਨਾ ਹੈਗੀ ਹੈ, ਤਾਂ ਇਹਨਾਂ ਦੇ ਥਰੂ ਇਹਨਾਂ ਦੀ ਇਨਕੁਆਇਰੀ ਵਾਸਤੇ ਕਿਹੜਾ ਆਪਰੇਸ਼ਨ ਚਲਾਇਆ ਸੀਗਾ? ਮੋਸਟ ਇੰਪੋਰਟੈਂਟ ਹੈ ਸਟੂਡੈਂਟ, ਬਜਰੰਗ ਆਪਰੇਸ਼ਨ ਚਲਾਇਆ ਸੀਗਾ, ਇਹ ਹੋ ਗਿਆ। ਤਾਂ ਇਸ ਨੂੰ ਜੋ ਇੰਡੀਆ ਦੀ ਸਰਕਾਰ ਨੇ ਇੱਕ ਆਤੰਕਵਾਦੀ ਸੰਗਠਨ ਦਾ ਜੋ ਨਾਮ ਦੇ ਦਿੱਤਾ। ਪਰ ਜਿਹੜੀ ਉਲਫਾ ਹੈਗੀ ਇਹ ਮੰਨਦੀ ਹੈ ਕਿ ਅਸਾਮ ਜੋ ਹੈਗਾ ਇੱਕ ਇੰਡੀਆ ਦਾ ਪਾਰਟ ਹੀ ਨਹੀਂ ਹੈਗਾ। ਇਹ ਉਲਫਾ ਐਵੇਂ ਕਹਿੰਦੀ ਹੈਗੀ ਹੈ, ਕਿਉਂਕਿ ਕਹਿੰਦੇ ਕਿ ਅਸਾਮ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਤੇ ਇੱਕ ਜੋ ਅਮਰੀਕਾ ਦੀ ਹੋਮ ਮਿਨਿਸਟਰੀ ਹੈ ਨਾ, ਉਹਨਾਂ ਵੱਲੋਂ ਇਹ ਮਤਲਬ ਜਿਹੜੇ ਬਾਕੀ ਸੰਗਠਨ ਹੈਗੇ ਹੈ, ਤਾਂ ਇੱਕ ਉਲਫਾ ਨੂੰ ਵੀ ਇੱਕ ਆਤੰਕਵਾਦੀ ਸੰਗਠਨ ਦਾ ਨਾਮ ਦੇ ਦਿੱਤਾ, ਠੀਕ ਹੈ। ਅਨਾਉਂਸ ਕਰ ਦਿੱਤਾ ਕਿ ਇਹ ਜੋ ਉਲਫਾ ਹੈਗੀ ਹੈ ਇਹ ਆਤੰਕਵਾਦੀ ਸੰਗਠਨ ਹੈਗਾ, ਓਕੇ। ਔਰ ਇਹਦੇ ਵਿੱਚ ਹੋਰ ਕੀ ਹੈਗਾ ਇੰਪੋਰਟੈਂਟ? ਹਾਂਜੀ, ਭਾਰਤੀ ਸੈਨਾ ਦਾ ਜਾਂ ਇੰਡੀਆ ਦੀ ਗਵਰਨਮੈਂਟ ਦਾ ਕਹਿਣਾ ਹੈ ਕਿ ਪਾਕਿਸਤਾਨੀ ISI ਔਰ ਬੰਗਲਾਦੇਸ਼ ਦਾ ਜਿਹੜਾ ਸੰਗਠਨ ਹੈ DGFI, ਇਹਨਾਂ ਨਾਲ ਜੋ ਹੈਗਾ ਉਲਫਾ ਦਾ ਕਨੈਕਸ਼ਨ ਹੈਗਾ। ਕਹਿੰਦੇ ਕਿ ਵਿਰੋਧ ਛੇੜਨ ਦਾ ਮਤਲਬ ਇਹਦੇ ਤੇ ਇਲਜ਼ਾਮ ਲਗਾਉਂਦੇ ਕਿ ਉਲਫਾ ਮਤਲਬ ਜੋ ਹੈ ਇੰਡੀਆ ਦੇ ਵਿੱਚ ਦੰਗੇ ਕਰਵਾਉਂਦਾ ਹੈ। ਤਾਂ ਇਹਦੇ ਜੋ ਇਲਜ਼ਾਮ ਲੱਗੇ ਹੋਏ ਹੈ ਉਲਫਾ ਤੇ ਕਿ ਇੱਕ ਜਿਵੇਂ ਬੱਚਿਆਂ ਨੂੰ ਵੀ ਮਾਰਿਆ ਹੈਗਾ, ਬੋਮ ਬਲਾਸਟ ਕੀਤਾ ਹੈਗਾ, ਤੇ ਅਰੈਸਟ ਵੀ ਕੀਤਾ ਸੀਗਾ ਇੱਕ ਰੂਸ ਦਾ ਜੋ ਰਸ਼ੀਅਨ ਸਾਇੰਟਿਸਟ ਹੈਗਾ ਸੀਗਾ, ਉਹਨੂੰ ਵੀ ਜੋ ਇਹਨਾਂ ਨੇ ਕਿਡਨੈਪ ਕਰਕੇ ਮਾਰਿਆ ਸੀਗਾ। ਤਾਂ ਇਹਨਾਂ ਤੇ ਬਹੁਤ ਸਾਰੇ ਇਲਜ਼ਾਮ ਹੈਗੇ ਉਲਫਾ ਤੇ, ਤਾਂ ਕਰਕੇ ਜੋ ਅਮਰੀਕਾ ਦੀ ਹੋਮ ਮਿਨਿਸਟਰੀ ਨੇ ਇਸ ਨੂੰ ਆਤੰਕਵਾਦੀ ਸੰਗਠਨ ਦਾ ਰੂਪ ਦੇ ਦਿੱਤਾ। ਤਾਂ ਉਮੀਦ ਹੈ ਤੁਹਾਨੂੰ ਉਲਫਾ ਬਾਰੇ ਪੂਰੀ ਵਧੀਆ ਸਮਝ ਆ ਗਈ ਹੋਗੀ, ਅਸਾਮ ਜੋ ਸਟੇਟ ਦੇ ਨਾਲ ਸੰਬੰਧਿਤ ਹੈਗਾ। ਨੈਕਸਟ ਜੋ ਹੈ ਪੀਪਲਸ ਵੋਰ ਗਰੁੱਪ, ਠੀਕ ਹੈ। ਪੀਪਲਸ ਵੋਰ ਗਰੁੱਪ ਜੋ ਹੈ ਇਹ ਇੱਕ ਜੋ ਟੈਰਰਿਸਟ ਆਰਗੇਨਾਈਜੇਸ਼ਨ ਹੈਗੀ ਹੈ, ਇਹ ਕਿਸ ਤੇ ਆਧਾਰਿਤ ਹੈ? ਤ੍ਰਿਪਤਾ, ਅਸਾਮ, ਨਾਗਾਲੈਂਡ, ਆਂਧਰਾ ਪ੍ਰਦੇਸ਼।
ਹੁਣ ਦੇਖੋ ਸਟੂਡੈਂਟ, ਇਹਨੂੰ ਜੋ ਸ਼ੋਰਟ ਫਾਰਮ ਦੇ ਵਿੱਚ ਜਿਵੇਂ ਉਲਫਾ ਨੂੰ ਉਹਨਾਂ ਦੀ ਵੀ ਫੁੱਲ ਫਾਰਮ ਹੈ, ਇਹਨੂੰ ਵੀ PWG ਬੋਲ ਦਿੰਦੇ ਹੈਗੇ ਆ। ਠੀਕ ਹੈ, ਇਹਦੀ ਜੋ ਸਥਾਪਨਾ ਹੋਈ ਸੀਗੀ 22 ਅਪ੍ਰੈਲ 1980 ਦੇ ਵਿੱਚ, ਜੋ ਇਹਦੀ ਸਥਾਪਨਾ ਹੋਈ ਸੀਗੀ ਪੀਪਲਸ ਵਾਰ ਗਰੁੱਪ ਦੀ। ਤਾਂ ਇਹ ਕਿਹਨੇ ਕੀਤੀ ਬੱਚੇ, ਇਹ ਇੰਪੋਰਟੈਂਟ ਹੈਗਾ ਕਿਉਂਕਿ ਇਹ ਪੋਲੀਟੀਕਲ ਪਾਰਟੀ ਦੇ ਨਾਲ ਵੀ ਰਿਲੇਟ ਰੱਖਦਾ, ਤਾਂ ਕਰਕੇ। ਤਾਂ ਕੋਂਡਾਪਲੀ ਸੀਤਾਰਮਈਆ, ਠੀਕ ਹੈ। ਤੇ ਇੱਕ ਹੋਰ ਹੈਗੇ ਹੈ ਡਾਕਟਰ ਕੁਲਾਰੀ ਚਰਨਜੀਵੀ। ਠੀਕ ਹੈ, ਇਹ ਜੋ ਦੋ ਪਰਸਨ ਹੈਗੇ ਆ, ਮਤਲਬ ਇਹਦੇ PWG ਦੇ ਨਾਲ ਇਹਨਾਂ ਦੇ ਕਨੈਕਸ਼ਨ ਹੈਗੇ ਸੀਗੇ। ਤਾਂ ਜਿਹੜਾ ਕੋਂਡਾਪਲੀ ਸੀਤਾਰਮਈਆ ਹੈਗਾ, ਇਹ ਤਾਂ ਇੰਡੀਅਨ ਕਮਿਊਨਿਸਟ ਮਾਰਕਸਿਸਟ ਦਾ ਮੈਂਬਰ ਵੀ ਰਿਹਾ ਹੋਇਆ ਹੈ। ਪਰ ਇਹਨਾਂ ਦੀ ਮਤਲਬ ਗੁਪਤ ਤਰੀਕੇ ਨਾਲ ਡੈਥ ਹੋ ਗਈ ਸੀਗੀ, ਸ਼ਾਇਦ 2002 ਦੇ ਵਿੱਚ। 2002 ਦੇ ਵਿੱਚ ਇਹਦੀ ਡੈਥ ਹੋ ਗਈ ਸੀਗੀ, ਕਿ ਗੁਪਤ ਤਰੀਕੇ ਨਾਲ, ਮਤਲਬ ਇਹਦੀ ਕੋਈ ਪਤਾ ਨਹੀਂ ਚੱਲਿਆ ਕਿ ਕਿਸ ਤਰੀਕੇ ਨਾਲ ਇਹਨਾਂ ਦੀ ਡੈਥ ਹੋ ਗਈ ਸੀਗੀ। ਪਰ ਇਹ ਜਿਹੜੇ ਹੈਗੇ ਆ, ਇਹ PWG, ਠੀਕ ਹੈ, ਪੀਪਲਸ ਵਾਰ ਗਰੁੱਪ ਦੇ ਨਾਲ ਵੀ ਇਹਨਾਂ ਦਾ ਕਨੈਕਸ਼ਨ ਸੀ, ਔਰ ਇੰਡੀਆ ਕਮਿਊਨਿਸਟ ਮਾਰਕਸਿਸਟ ਜੋ ਦੇ ਮੈਂਬਰ ਵੀ ਸੀਗੇ ਪੋਲੀਟੀਕਲ ਪਾਰਟੀ ਦੇ ਨਾਲ। ਤੇ ਇਹਨਾਂ ਦੀ ਜੋ ਵਿਚਾਰਧਾਰਾ, ਪੀਪਲਸ ਵਾਰ ਗਰੁੱਪ ਦੀ ਜਿਹੜੀ ਵਿਚਾਰਧਾਰਾ ਸੀਗੀ, ਉਹ ਇੱਕ ਚੀਨੀ ਨੇਤਾ ਹੈਗਾ ਮਾਓ ਤਸੇ ਤੁੰਗ। ਠੀਕ ਹੈ, ਚੀਨੀ ਨੇਤਾ ਕਿਹੜਾ ਹੈ, ਮਾਓ ਤਸੇ ਤੁੰਗ। ਮਾਓ ਤਸੇ ਤੁੰਗ ਦੀ ਵਿਚਾਰਧਾਰਾ ਨੂੰ ਮਤਲਬ ਕੰਪੇਅਰ ਕਰਦੇ ਆ, ਆਪਣੀ ਵਿਚਾਰਧਾਰਾ ਤੇ ਉਹਨਾਂ ਦੀ ਵਿਚਾਰ ਨਾਲ ਕੰਪੇਅਰ ਕਰਦੇ ਹੈਗੇ ਆ ਇਹ ਪੀਪਲਸ ਵਾਰ ਗਰੁੱਪ ਵਾਲੇ। ਤਾਂ ਇਹਦੇ ਲਈ ਇੰਨੀ ਜਾਣਕਾਰੀ ਤੁਹਾਡੇ ਲਈ ਬਹੁਤ ਹੈਗੀ ਹੈ। ਨੈਕਸਟ ਕੁਐਸਚਨ ਬੱਚੇ, ਹਾਂਜੀ, ਆਹ ਕਾਵੇਰੀ ਨਦੀ ਦਾ ਪਾਣੀ ਵਿਵਾਦ ਹੇਠ ਲਿਖਿਆਂ ਵਿੱਚੋਂ ਕਿਹੜੇ ਰਾਜਾਂ ਵਿੱਚ ਹੈ। ਦੇਖੋ, ਇਹ ਕਾਵੇਰੀ ਨਦੀ ਦਾ ਇਹਨਾਂ ਵਿੱਚ ਕਦੋਂ ਦਾ ਹੀ ਜੋ ਹੈਗਾ ਦੋਨਾਂ ਦੇ ਵਿੱਚ ਡਿਸਪਿਊਟ ਚੱਲ ਰਿਹਾ ਹੈਗਾ। ਮੇਨ ਕਰਨਾਟਕ ਔਰ ਜੋ ਹੈਗਾ ਕਰਨਾਟਕ ਔਰ ਤਾਮਿਲਨਾਡੂ ਵਿੱਚ ਮੇਨ ਦੋਨਾਂ ਹੈ, ਔਰ ਪੁਡੂਚੇਰੀ ਔਰ ਕੇਰਲਾ ਦਾ ਤਾਂ ਥੋੜਾ ਜਿਹਾ ਮਤਲਬ ਜੋ ਕਾਵੇਰੀ ਨਦੀ ਨਾਲ ਕਨੈਕਸ਼ਨ ਹੈਗਾ, ਪਰ ਮੇਨ ਇਹਨਾਂ ਦਾ ਰੌਲਾ ਹੈਗਾ। ਤਾਂ ਇਹ ਸਟੂਡੈਂਟ ਆਪਣੇ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਦਾ, ਉਦੋਂ ਦਾ ਹੀ ਇਹ ਵਿਵਾਦ ਚੱਲ ਰਿਹਾ। ਤਾਂ ਇਹਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਦੀ ਹਾਂ। ਜਿਹੜਾ ਕਰਨਾਟਕ ਤਾਮਿਲਨਾਡੂ, ਔਰ ਇਹਦਾ ਸਹੀ ਆਪਸ਼ਨ ਇਹ ਵਾਲੀ ਹੈਗੀ ਹੈ, ਜਿਹੜਾ ਵਿਵਾਦ ਹੇਠ ਕਿਹੜੇ ਰਾਜ ਹੈਗੇ ਹੈ, ਕਰਨਾਟਕ, ਤਾਮਿਲਨਾਡੂ, ਪੁਡੂਚੇਰੀ ਔਰ ਕੇਰਲਾ। ਠੀਕ ਹੈ, ਕਾਵੇਰੀ ਜਲ ਵਿਵਾਦ ਮਤਲਬ ਕਹਿੰਦੇ ਕਿ 140 ਸਾਲ ਪਹਿਲਾਂ ਦਾ ਜੋ ਪੁਰਾਣਾ ਹੈਗਾ, ਪੁਰਾਣਾ ਰੌਲਾ ਹੈਗਾ, 140 ਸਾਲ ਪਹਿਲਾਂ ਦਾ ਪੁਰਾਣਾ ਰੌਲਾ ਹੈਗਾ। ਤਾਂ ਕੀ ਕਹਿੰਦੇ ਕਿ ਇਹ ਨਦੀ ਦਾ ਵਿਵਾਦ ਸਭ ਤੋਂ ਪਹਿਲਾਂ ਜਿਹੜਾ ਹੈਗਾ 1881 ਦੇ ਵਿੱਚ ਜਿਹੜਾ ਹੈਗਾ ਚੱਲਿਆ। ਫਿਰ ਕਹਿੰਦੇ ਕਿ ਕਰਨਾਟਕ ਨੇ ਮਤਲਬ ਇਸ ਤਰ੍ਹਾਂ ਮੰਗ ਕੀਤੀ ਕਿ ਨਦੀ ਤੇ ਬੰਨ੍ਹ ਬਣਾਇਆ ਜਾਏ, ਪਰ ਤਾਮਿਲਨਾਡੂ ਨੇ ਮਤਲਬ ਜਿਹੜਾ ਹੈਗਾ ਇਸ ਵਿੱਚ ਵਿਰੋਧ ਕਰ ਦਿੱਤਾ। ਤਾਂ ਕਾਵੇਰੀ ਨਦੀ ਕਰਨਾਟਕ ਦੇ ਕੋਡਾਂਗੂ ਜ਼ਿਲ੍ਹੇ ਤੋਂ ਨਿਕਲਦੀ ਹੈ, ਕਰਨਾਟਕ ਵਿੱਚੋਂ ਨਿਕਲਦੀ ਹੈ, ਮਤਲਬ ਜਿਹੜੀ ਨਦੀ ਹੈਗੀ ਹੈ ਕੋਡਾਂਗੂ ਜ਼ਿਲ੍ਹੇ, ਕਰਨਾਟਕ ਦੇ ਕੋਡਾਂਗੂ ਜ਼ਿਲ੍ਹੇ ਵਿੱਚੋਂ ਨਿਕਲਦੀ ਹੈ। ਠੀਕ ਹੈ ਜੀ, ਕਰਨਾਟਕ ਦੇ ਕੋਡਾਂਗੂ ਜ਼ਿਲ੍ਹੇ ਵਿੱਚੋਂ ਨਿਕਲਦੀ ਹੈ ਤੇ ਤਾਮਿਲਨਾਡੂ ਵਿੱਚ ਹੁੰਦੀ ਹੋਈ ਬੰਗਾਲ ਦੀ ਖਾੜੀ ਦੇ ਵਿੱਚ ਜਾ ਡਿੱਗਦੀ ਹੈ। ਜਿਵੇਂ ਮੰਨ ਲਓ ਤਾਮਿਲਨਾਡੂ ਵਿੱਚੋਂ ਵੀ ਨਿਕਲਦੀ ਹੈ ਤੇ ਬੰਗਾਲ ਦੀ ਖਾੜੀ ਦੇ ਵਿੱਚ ਜਾ ਡਿੱਗਦੀ ਹੈ। ਜਦੋਂ ਬੰਗਾਲ ਦੀ ਖਾੜੀ ਦੇ ਵਿੱਚ ਜਾ ਕੇ ਡਿੱਗਦੀ ਹੈ, ਤਾਂ ਜਿਸ ਦੇ ਨਾਲ ਹਿੱਸਾ ਕੇਰਲ ਤੇ ਪੁਡੂਚੇਰੀ ਦਾ ਵੀ ਹੈ, ਜਿਹਦੇ ਨਾਲ ਥੋੜਾ ਜਿਹਾ ਕਨੈਕਸ਼ਨ ਜਿਹੜਾ ਹੈਗਾ ਕੇਰਲਾ ਤੇ ਪੁਡੂਚੇਰੀ, ਇਹਨਾਂ ਦੋਨਾਂ ਦਾ ਵੀ ਹੈਗਾ ਕਨੈਕਸ਼ਨ ਇਹਦੇ ਨਾਲ। ਠੀਕ ਹੈ, ਫਿਰ ਇਹ ਬੰਗਾਲ ਦੀ ਖਾੜੀ ਵਿੱਚ ਜਾ ਕੇ ਡਿੱਗਦੀ ਹੈ। ਫਿਰ ਕੀ 1972 ਦੇ ਵਿੱਚ ਕੀ ਹੋਇਆ, ਇਹਨਾਂ ਦੇ ਵਿੱਚ ਜਿਹੜਾ ਵਿਵਾਦ ਸੀਗਾ ਉਹਦੇ ਲਈ ਇੱਕ ਕਮੇਟੀ ਬਣਾਈ ਗਈ ਕਿ ਇਹਨਾਂ ਦਾ ਕਿਵੇਂ ਨਾ ਕਿਵੇਂ ਦਾ ਸੋਲੂਸ਼ਨ ਕਰੀਏ। ਤਾਂ ਚਾਰ ਰਾਜ ਹੀ ਹੋ ਗਿਆ, ਮਤਲਬ ਚਲੋ ਇੱਕ ਯੂਟੀ ਹੋ ਗਿਆ। ਤਾਂ ਇਹਨਾਂ ਵਿੱਚ ਮਤਲਬ ਸਮਝੌਤਾ ਕਰਵਾਉਣਾ ਸੀਗਾ ਕਿ ਅਸੀਂ ਇਹਨਾਂ 4 ਰਾਜਾਂ ਦੇ ਵਿੱਚ ਸਮਝੌਤਾ ਕਰਵਾਈਏ। ਤਾਂ ਸਮਝੌਤਾ ਕਰਵਾਉਣ ਦੇ ਲਈ ਕੀ ਕੀਤਾ ਕਿ ਮਤਲਬ ਸਮਝੌਤਾ ਕੁਝ ਹੋ ਵੀ ਗਿਆ ਸੀ, ਪਰ ਫਿਰ ਇਹਨਾਂ ਦਾ ਡਿਸਪਿਊਟ ਚੱਲ ਪਿਆ। ਠੀਕ ਹੈ, ਫਿਰ ਇਹਨਾਂ ਦਾ ਫਿਰ ਡਿਸਪਿਊਟ ਚੱਲ ਪਿਆ। ਤਾਂ ਤਾਮਿਲਨਾਡੂ ਨੇ ਕਰਨਾਟਕ ਤੋਂ, ਜਿਹੜਾ ਤਾਮਿਲਨਾਡੂ ਹੈਗਾ, ਤਾਮਿਲਨਾਡੂ ਨੇ ਕਰਨਾਟਕ ਤੋਂ ਜਿਹੜਾ ਹੈਗਾ ਜੋ ਵੀ 10,000 ਜੋ ਹੈਗਾ ਪਾਣੀ ਹੋਰ ਮੰਗਾ 10,000 ਕੁਆਸੇਕ, ਠੀਕ ਹੈ,
10,000 ਕੌਸੇਕ ਜੋ ਹੈਗਾ ਤਾਮਿਲਨਾਡੂ ਜੋ ਕਰਨਾਟਕ ਤੋਂ ਤਾਮਿਲਨਾਡੂ ਨੇ ਪਾਣੀ ਮੰਗਿਆ, ਠੀਕ ਹੈ, ਜਿਹਦੇ ਵਿੱਚ ਤਾਮਿਲਨਾਡੂ ਜਿਹਦੇ ਵਿੱਚ ਕਰਨਾਟਕ ਨੇ ਬਿਲਕੁਲ ਨਾ ਕਹਿ ਦਿੱਤੀ, ਮਤਲਬ ਇਹ ਨਹੀਂ ਹੋ ਸਕਦਾ। ਫਿਰ 1924 ਦੇ ਵਿੱਚ ਕੀ ਹੋਇਆ, ਤਾਮਿਲਨਾਡੂ ਤੇ ਕਰਨਾਟਕ ਵਿੱਚ ਬ੍ਰਿਟਿਸ਼ ਸਰਕਾਰ ਨੇ ਜੋ ਸਮਝੌਤਾ ਕਰਵਾਇਆ ਸੀਗਾ, ਤਾਂ ਤਾਮਿਲਨਾਡੂ ਉਸ ਟਾਈਮ ਨੂੰ ਮਿਲਿਆ ਸੀਗਾ 556,000 ਮਿਲੀਅਨ ਕਿਊਸਿਕ ਫੁੱਟ ਪਾਣੀ ਮਿਲਿਆ ਸੀ, ਔਰ ਕਰਨਾਟਕ ਨੂੰ 177,000 ਮਿਲੀਅਨ ਕਿਊਸਿਕ ਫੀਟ ਪਾਣੀ ਵਿੱਚ ਅਧਿਕਾਰ ਹੈ। ਤਾਂ ਜਿਹਦੇ ਕਰਕੇ ਤਾਮਿਲਨਾਡੂ ਤਾਂ ਮੰਨਦਾ ਹੈ ਕਿ ਇਹ ਸਹੀ ਹੈਗਾ, ਪਰ ਕਰਨਾਟਕ ਉਸ ਨੂੰ ਸਹੀ ਨਹੀਂ ਮੰਨਦਾ, ਤਾਂ ਕਰਕੇ ਇਹ ਵਿਵਾਦ ਹਾਲੇ ਵੀ ਚੱਲ ਰਿਹਾ, ਹਾਲੇ ਵੀ ਇਹ ਵਿਵਾਦ ਵਿੱਚ ਹੈ। ਤਾਂ ਜੋ ਹੈਗਾ ਇਹਦੇ ਵਿੱਚ ਕਿਹੜੇ ਕਿਹੜੇ ਰਾਜ ਕਾਵੇਰੀ ਨਦੀ ਨਾਲ ਇਹਨਾਂ ਵਿਵਾਦਾਂ ਵਿੱਚ ਨੇ, ਕਰਨਾਟਕ, ਤਾਮਿਲਨਾਡੂ, ਪੁਡੂਚੇਰੀ ਔਰ ਕੇਰਲਾ। ਹਾਂਜੀ, ਅਸੀਂ ਨੈਕਸਟ ਕੁਐਸਚਨ ਚੱਲਦੇ ਹਾਂ। ਭਾਸ਼ਾ ਦੇ ਆਧਾਰ ਤੇ ਰਾਜਾਂ ਦਾ ਪੁਨਰਗਠਨ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ। ਤਾਂ ਭਾਸ਼ਾ ਦੇ ਆਧਾਰ ਤੇ ਰਾਜਾਂ ਦੇ ਪੁਨਰਗਠਨ ਦੀ ਸਥਾਪਨਾ ਮਤਲਬ 1856 ਜਾਂ 1856 ਜਾਂ 1853 ਜਾਂ 1860, ਤਾਂ ਇਹਨਾਂ ਵਿੱਚੋਂ ਕਿੰਨਾ ਵਿੱਚ ਜੋ ਹੈਗਾ ਪੁਨਰਗਠਨ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀਗੀ, ਤਾਂ 1853 ਦੇ ਵਿੱਚ ਰਾਜਾਂ ਦੇ ਪੁਨਰਗਠਨ ਕਮਿਸ਼ਨ ਮਤਲਬ ਰਿਕੋਗਨਾਈਜੇਸ਼ਨ ਆਫ ਸਟੇਟ ਆਫ ਦਾ ਬੇਸਿਸ ਆਫ ਲੈਂਗੁਏਜ ਉਹ ਸਟੈਬਲਿਸ਼ ਸਭ ਤੋਂ ਪਹਿਲਾਂ 1853 ਦੇ ਵਿੱਚ ਬਣੀ ਸੀ, ਜਿਹੜਾ ਕਿ ਪਹਿਲਾ ਆਂਧਰਾ ਪ੍ਰਦੇਸ਼ ਬਣਿਆ ਸੀ 1 ਅਕਤੂਬਰ 1953 ਦੇ ਵਿੱਚ। ਨੈਕਸਟ ਕੁਐਸਚਨ ਹੈਗਾ, ਰਾਜਾਂ ਵਿੱਚ ਭਾਸ਼ਾ ਦੇ ਆਧਾਰ ਤੇ ਪੁਨਰਗਠਨ ਕੀਤਾ ਗਿਆ ਸੀਗਾ। ਭਾਸ਼ਾ ਦੇ ਆਧਾਰ ਤੇ ਕਦੋਂ ਕੀਤਾ ਗਿਆ ਸੀਗਾ ਪੁਨਰਗਠਨ? 1956 ਦੇ ਵਿੱਚ ਕੀਤਾ ਗਿਆ ਸੀਗਾ। 6th ਨੰਬਰ ਕੁਐਸਚਨ ਇਹ ਕਹਿੰਦਾ ਹੈ ਕਿ ਕਿਹੜੇ ਸਾਲ ਵਿੱਚ ਭਾਸ਼ਾਈ ਆਧਾਰ ਤੇ ਰਾਜਾਂ ਦਾ ਪੁਨਰਗਠਨ ਕੀਤਾ ਗਿਆ ਸੀਗਾ? ਕਿਹੜੇ ਸਾਲ ਵਿੱਚ ਭਾਸ਼ਾਈ ਆਧਾਰ ਤੇ ਰਾਜਾਂ ਦਾ ਪੁਨਰਗਠਨ ਕੀਤਾ ਗਿਆ ਸੀ? 1947, 1951, 1956 ਔਰ 1966। ਉਹਨਾਂ ਨੇ ਜੋ ਪੁੱਛਿਆ ਲਿੰਗੁਇਸਟਿਕ ਬੇਸਿਸ ਪੁੱਛਿਆ, ਤਾਂ 1956 ਇਹਦਾ ਆਨਸਰ ਹੈਗਾ। ਅਗਲਾ ਕੁਐਸਚਨ ਇਹ ਕਹਿੰਦਾ ਹੈ ਕਿ ਕਿਹੜਾ ਰਾਜ ਭਾਰਤ ਵਿੱਚ ਭਾਸ਼ਾਈ ਆਧਾਰ ਤੇ ਸਭ ਤੋਂ ਪਹਿਲਾਂ ਸਿਰਜੇ ਜਾਣ ਦਾ ਮਾਣ ਕਿਸ ਨੂੰ ਪ੍ਰਾਪਤ ਹੈ? ਤਾਂ ਆਂਧਰਾ ਪ੍ਰਦੇਸ਼ ਨੂੰ ਪ੍ਰਾਪਤ ਹੈ ਸਟੂਡੈਂਟ। ਤਾਂ ਆਂਧਰਾ ਪ੍ਰਦੇਸ਼ ਜੋ ਹੈ ਕਦੋਂ ਬਣਿਆ ਹੈਗਾ? 1 ਅਕਤੂਬਰ 1953 ਦੇ ਵਿੱਚ ਬਣਿਆ ਹੈਗਾ। ਨੈਕਸਟ, ਆਂਧਰਾ ਪ੍ਰਦੇਸ਼ ਨੂੰ ਭਾਸ਼ਾ ਆਧਾਰ ਤੇ ਕਦੋਂ ਬਣਾਇਆ ਗਿਆ ਸੀਗਾ? ਆਂਧਰਾ ਪ੍ਰਦੇਸ਼ ਨੂੰ ਜੋ ਭਾਸ਼ਾ ਦੇ ਆਧਾਰ ਤੇ ਕਦੋਂ ਬਣਾਇਆ ਗਿਆ ਸੀਗਾ? 1956 ਦੇ ਵਿੱਚ ਬਣਾਇਆ ਗਿਆ ਸੀਗਾ। ਨੈਕਸਟ ਹੈਗਾ, ਹੇਠਾਂ ਦਿੱਤੇ ਕੋਡਾਂ ਦੀ ਵਰਤੋਂ ਕਰਦੇ ਹੋਏ ਹੇਠਾਂ ਦਿੱਤੇ ਕਥਨ ਤੇ ਜਵਾਬ ਦਿਓ। ਕੀ ਕਹਿੰਦੇ ਕਿ ਰਾਜਾਂ ਦੀ ਸ਼੍ਰੇਣੀ ਸੰਘ ਸ਼ਬਦ ਵਿੱਚ ਵਰਤਿਆ ਗਿਆ ਹੈ? ਕਹਿੰਦੇ ਰਾਜਾਂ ਦੀ ਸ਼੍ਰੇਣੀ ਸੰਘ ਸ਼ਬਦ ਵਿੱਚ ਵਰਤਿਆ ਗਿਆ ਹੈ। ਸੰਵਿਧਾਨ, ਕਿਉਂਕਿ ਭਾਰਤੀ ਰਾਜਾਂ ਨੂੰ ਵੱਖ ਹੋਣ ਦਾ ਕੋਈ ਅਧਿਕਾਰ ਨਹੀਂ ਹੈ। ਤਾਂ ਇਹ ਬਿਲਕੁਲ ਸਹੀ ਹੈ। ਜੋ ਭਾਰਤੀ ਰਾਜ ਹੈਗੇ ਆ ਉਹ ਕਦੇ ਵੀ ਮਤਲਬ ਇੰਡੀਆ ਦੇ ਸਹਿਮਤੀ ਤੋਂ ਬਿਨਾਂ ਵੱਖ ਨਹੀਂ ਹੋ ਸਕਦੇ। ਤਾਂ ਇਹ ਰਾਈਟ ਆਪਸ਼ਨ ਹੈਗੀ ਹੈ, ਠੀਕ ਹੈ। ਨੈਕਸਟ ਹੈਗਾ, SK ਦਰ ਕਮਿਸ਼ਨ ਨੇ ਰਾਜਾਂ ਦੇ ਪੁਨਰਗਠਨ ਲਈ ਭਾਸ਼ਾ ਦੀ ਬਜਾਏ ਪ੍ਰਸ਼ਾਸਨਿਕ ਸਹੂਲਤ ਨੂੰ ਤਰਜੀਹ ਦਿੱਤੀ। ਤੇ ਇਹ ਵੀ ਸਹੀ ਹੈ। ਅੱਗੇ, ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ ਅਤੇ ਪਟਾਭੀ ਸੀਤਾਰਮਈਆ ਸਮੇਤ ਕਾਂਗਰਸ ਕਮੇਟੀ ਭਾਸ਼ਾ ਦੇ ਆਧਾਰ ਤੇ ਰਾਜਾਂ ਦੇ ਪੁਨਰਗਠਨ ਦੇ ਹੱਕ ਵਿੱਚ ਹੈ। ਤਾਂ ਇਹ ਕੁਐਸਚਨ ਦੇਖੋ ਕਿ ਸਹੀ ਹੈ ਜਾਂ ਗਲਤ ਹੈ। ਤਾਂ ਦੇਖੋ ਸਟੂਡੈਂਟ, ਇਹ ਜੋ ਅਸੀਂ ਇੰਗਲਿਸ਼ ਵਿੱਚ ਥੋੜਾ ਪੜ੍ਹਦੇ ਹਾਂ, ਕਹਿੰਦੇ ਕਾਂਗਰਸ ਕਮੇਟੀ ਇਨਕਲੂਡਡ ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ ਐਂਡ ਜੋ Pattabhi Sitaramayya was not in favor of recognition of state of the basis of language। ਤਾਂ ਉਹ ਕਹਿੰਦੇ was not favor recognition of basis of language। ਤਾਂ ਇਹ ਵੀ ਸਹੀ ਹੈਗੇ ਆ। ਤਾਂ ਤਿੰਨੋਂ ਜਿਹੜੇ ਹੈਗੇ ਆ ਸਟੇਟਮੈਂਟਸ ਸਹੀ ਹੈਗੀਆਂ ਨੇ, ਤਾਂ all of the above ਇਹਦੇ ਵਿੱਚ ਆਏਗਾ। ਨੈਕਸਟ ਕੁਐਸਚਨ ਹੈ, ਹੇਠਾਂ ਲਿਖਿਆਂ ਵਿੱਚੋਂ ਕਿਹੜਾ ਰਾਜਾਂ ਦੇ ਗਠਨ ਦਾ ਸਹੀ ਕ੍ਰਮ ਹੈ? ਤਾਂ ਦੇਖੋ ਸਟੂਡੈਂਟ, ਇਹਦੇ ਵਿੱਚ ਰਾਜਾਂ ਦੇ ਅਸੀਂ ਦੱਸਣਾ ਹੈਗਾ, ਜੋ ਸੀਰੀਅਲ ਵਾਈਜ਼ ਦੱਸਣਾ ਹੈਗਾ ਕਿ ਇਹਨਾਂ ਦਾ ਕਿਹੜਾ ਹੈਗਾ ਇੰਡੀਅਨ ਸਟੇਟਸ ਜੋ ਹੈਗਾ। ਤਾਂ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਛੱਤੀਸਗੜ੍ਹ ਜਿਹੜਾ ਹੈਗਾ ਸਟੇਟ, ਇਹ ਕਦੋਂ ਬਣਿਆ? ਛੱਤੀਸਗੜ੍ਹ ਸਟੇਟ ਕਦੋਂ ਬਣਿਆ? 2000 ਦੇ ਵਿੱਚ ਜਿਹੜਾ ਹੈਗਾ ਛੱਤੀਸਗੜ੍ਹ ਸਟੇਟ ਬਣਿਆ। अरुणाचल प्रदेश स्टेट कदों बनया स्टूडेंट? अरुणाचल प्रदेश स्टेट जो है
1987 ਦੇ ਵਿੱਚ ਬਣਿਆ, ਠੀਕ ਹੈ। ਔਰ ਝਾਰਖੰਡ ਸਟੇਟ ਕਦੋਂ ਬਣਿਆ? 15 ਨਵੰਬਰ ਜੋ ਹੈਗਾ 2000 ਵਿੱਚ ਬਣਿਆ। ਔਰ ਸਿੱਕਿਮ ਜਿਹੜਾ ਹੈਗਾ 1975 ਦੇ ਵਿੱਚ ਬਣਿਆ। ਔਰ ਜਿਹੜਾ ਛੱਤੀਸਗੜ੍ਹ ਹੈਗਾ ਇਹ 1 ਨਵੰਬਰ 2000 ਦੇ ਵਿੱਚ ਬਣਿਆ। ਹੁਣ ਦੇਖੋ ਵੈਸੇ ਆਪਣੇ ਆਰਾਮ ਨਾਲ ਕਲਿੱਕ ਈਅਰ ਦੇ ਨਾਲ ਹੀ ਹੋ ਜਾਂਦੇ ਆ, ਪਰ ਇਹਦੇ ਵਿੱਚ ਜੋ ਹੈਗਾ ਡੇਟ ਮੈਂ ਤਾਂ ਕਰਕੇ ਮੈਂਸ਼ਨ ਕੀਤੀ ਕਿ 2000 ਵਾਲੇ ਹੈਗੇ ਆ, ਠੀਕ ਹੈ। ਤਾਂ ਉਹਨਾਂ ਨੇ ਇਹ ਸਾਨੂੰ ਕਿਹਾ ਕ੍ਰੋਨੋਲੋਜੀਕਲ ਆਰਡਰ ਦੇਣਾ ਹੈਗਾ ਅਸੀਂ, ਤਾਂ ਛੱਤੀਸਗੜ੍ਹ, ਅਰੁਣਾਚਲ ਪ੍ਰਦੇਸ਼, ਝਾਰਖੰਡ, ਸਿੱਕਿਮ। ਤਾਂ ਹੁਣ ਦੇਖੋ ਸਭ ਤੋਂ ਪਹਿਲੇ ਸਟੂਡੈਂਟ ਕਿਹੜਾ ਆਏਗਾ? ਸਿੱਕਿਮ, ਠੀਕ ਹੈ। ਡੀ ਆਪਸ਼ਨ ਆਏਗੀ, ਮਤਲਬ 4। 4 ਤੋਂ ਬਾਅਦ ਕਿਹੜੀ ਆਪਸ਼ਨ ਆਏਗੀ? ਬੀ, 4 2, ਦੈਨ ਏ 4 4 2 1 ਤੇ 3, 4 2 1 ਤੇ 3 ਇਹਦੀ ਬੀ ਆਪਸ਼ਨ ਰਾਈਟ ਹੈਗੀ ਹੈ। ਨੈਕਸਟ ਕੁਐਸਚਨ ਅਸੀਂ ਚੱਲਦੇ ਹਾਂ, ਇਹ ਵੀ ਏਦਾਂ ਦਾ ਹੀ ਹੈਗਾ। ਕਹਿੰਦੇ ਕਿ the following states were created after 1960, arrange them in ascending chronological order। ਅਸੀਂ ascending chronological order ਤਾਂ ਹਰਿਆਣਾ ਕਦੋਂ ਬਣਿਆ? 1966 ਦੇ ਵਿੱਚ। ਸਿੱਕਿਮ ਕਦੋਂ ਬਣਾ? 1975 ਦੇ ਵਿੱਚ। ਔਰ ਨਾਗਾਲੈਂਡ ਕਦੋਂ ਬਣਿਆ? 1963 ਦੇ ਵਿੱਚ। ਮੇਘਾਲਿਆ ਕਦੋਂ ਬਣਿਆ? 1972 ਦੇ ਵਿੱਚ ਬਣਿਆ। ਤਾਂ ਹੁਣ ਅਸੀਂ ਅਸੈਂਡਿੰਗ ਆਰਡਰ ਦੇ ਵਿੱਚ ਜੋ ਦੇਣੇ ਹੈਗੇ ਆ ਸਟੂਡੈਂਟ, ਤਾਂ ਕਿਹੜੀ ਆਪਸ਼ਨ ਰਾਈਟ ਹੋਏਗੀ? ठीक है, पहले नागालैंड आएगा, ठीक है, फिर हरियाणा, ठीक है। तो ऑप्शन सी इज राइट ऑप्शन। नैक्सट क्वेश्चन चलते हैं। ਹੇਠਾਂ ਦਿੱਤੇ ਕੋਡ ਤੋਂ ਭਾਰਤ ਵਿੱਚ ਹੇਠ ਲਿਖਿਆ ਸਟੇਟਾਂ ਬਣਾਈਆਂ ਗਈਆਂ ਸਨ। ਅਸੀਂ ਇਹਨਾਂ ਨੂੰ ਵੀ ਜੋ ਹੈਗਾ ਸੀਰੀਅਲ ਵਾਈਜ਼ ਕਰਨਾ ਹੈ। ਤਾਂ ਆਂਧਰਾ ਪ੍ਰਦੇਸ਼ ਕਦੋਂ ਬਣਿਆ? 1956 ਦੇ ਵਿੱਚ ਭਾਸ਼ਾ ਦੇ ਆਧਾਰ ਤੇ। ਹਿਮਾਚਲ ਪ੍ਰਦੇਸ਼ ਕਦੋਂ ਬਣਿਆ? 2000 ਹਿਮਾਚਲ ਪ੍ਰਦੇਸ਼ 2000 ਚ ਨਹੀਂ ਬਣਿਆ, 1971 ਦੇ ਵਿੱਚ ਬਣਿਆ। ਹਰਿਆਣਾ 1966 ਦੇ ਵਿੱਚ ਬਣਿਆ। ਔਰ ਸਿੱਕਿਮ 1975 ਦੇ ਵਿੱਚ ਬਣਿਆ। ਤਾਂ ਹੁਣ ਅਸੀਂ ਜੋ ਹੈਗਾ ਦੱਸਣਾ ਹੈਗਾ ਕਿ ਕਿਹੜੀ ਹੈਗੀ ਹੈ। ਤਾਂ ਪਹਿਲੇ 1 ਆਏਗਾ, ਠੀਕ ਹੈ, ਤਾਂ ਫਿਰ 3, ਫਿਰ 2, ਫਿਰ 4, 1 3 2 4, ਠੀਕ ਹੈ। ਤਾਂ ਕਿਹੜੀ ਆਪਸ਼ਨ ਹੋਊਗੀ? ਸੀ ਆਪਸ਼ਨ ਰਾਈਟ। ठीक है, आंध्र प्रदेश आ गया 3, फिर हरियाणा आएगा, फिर हिमाचल प्रदेश, देन सिक्किम। सही है। हाँ जी, नैक्सट क्वेश्चन हैगा। पहला कहते कि ਅਸੀਂ ਦੱਸਣਾ ਹੈਗਾ ਕਿ ਰੀਜ਼ਨ ਆਰ ਦਿੱਤਾ ਹੋਇਆ ਔਰ ਇਹ ਅਸਰੇਸ਼ਨ ਦਿੱਤੀ ਹੋਈ ਹੈ। The Union Parliament has the power of alter the area boundary and name of any state even without it consent। ਤਾਂ ਕਹਿੰਦੇ ਇਹ ਮਤਲਬ ਜਿਹੜੇ both ਹੈਗੇ ਆ, ਠੀਕ ਹੈ, both A and R are true and R is the correct explanation, ਠੀਕ ਹੈ। ਤਾਂ ਨੈਕਸਟ ਕੀ ਕਹਿੰਦੇ ਹੈਗੇ ਆ, ਅਸੀਂ ਥੋੜਾ ਪੜ੍ਹਦੇ ਹੈਗੇ ਆ। ਜਿਹੜਾ ਕਹਿੰਦੇ ਭਾਰਤ ਇੱਕ ਸੰਘ ਹੈ, ਇੰਡੀਆ ਇਜ਼ ਅ ਨੋਟ ਫੈਡਰੇਸ਼ਨ। ਇੰਡੀਆ, ਇਹ ਕਹਿੰਦੇ ਕਿ ਇੰਡੀਆ ਇਜ਼ ਨੋਟ ਫੈਡਰੇਸ਼ਨ। ਅੱਗੇ ਕਹਿੰਦੇ ਯੂਨੀਅਨ ਪਾਰਲੀਮੈਂਟ ਹੈਜ਼ ਦਾ ਪਾਵਰ ਆਫ ਦਾ ਅਲਟਰ ਦਾ ਏਰੀਆ ਬਾਉਂਡਰੀ ਐਂਡ ਦਾ ਨੇਮ ਆਫ ਐਨੀ ਸਟੇਟ ਇਵਨ ਵਿਦਾਊਟ ਦਾ ਕੰਸੈਂਟ। ਤਾਂ ਦੇਖੋ ਸਟੂਡੈਂਟ ਜਿਹੜਾ ਹੈਗਾ ਇਹ ਕਹਿੰਦੇ ਕਿ ਇੰਡੀਆ ਇਜ਼ ਨੋਟ ਅ ਫੈਡਰੇਸ਼ਨ, ਮਤਲਬ ਇਹ ਕੀ ਸਹੀ ਹੈਗਾ ਜਾਂ ਗਲਤ ਹੈਗਾ? ਤਾਂ ਇਹ ਸਟੂਡੈਂਟ ਗਲਤ ਹੈਗਾ, ਠੀਕ ਹੈ। ਇੰਡੀਆ ਫੈਡਰਲ ਹੈ, ਇੰਡੀਆ ਇਜ਼ ਅ ਫੈਡਰਲ, ਠੀਕ ਹੈ। ਸੈਕਿੰਡ ਕੀ ਕਹਿੰਦਾ ਹੈ ਕਿ ਯੂਨੀਅਨ ਪਾਰਲੀਮੈਂਟ ਹੈਜ਼ ਦਾ ਪਾਵਰ ਟੂ ਅਲਟਰ ਦਾ ਏਰੀਆ ਬਾਉਂਡਰੀ ਐਂਡ ਨੇਮ ਐਨੀ ਸਟੇਟ ਇਵਨ ਵਿਦਾਊਟ ਦਾ ਕੰਸੈਂਟ। ਤਾਂ ਜੋ ਹੈ ਇਹ ਗਲਤ ਹੈਗਾ ਔਰ
ਜਿਹੜਾ ਆਰ ਹੈਗਾ ਇਹਨੂੰ ਆਰ ਦਿੱਤਾ ਗਿਆ ਹੈਗਾ, ਇਹ ਸਹੀ ਹੈਗਾ। ਤਾਂ ਇਹਦੇ ਵਿੱਚ ਡੀ ਆਪਸ਼ਨ ਰਾਈਟ ਹੈਗੀ ਹੈ। ਨੈਕਸਟ ਕੁਐਸਚਨ, ਭਾਰਤੀ ਨਾਗਰਿਕਤਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ, ठीक है, birth, naturalization, absorbing any part of land, disposing money in Indian bank। ਵੇਖੋ ਬਰਥ ਵੀ ਇਨਕਲੂਡ ਹੈ ਤਾਂ ਇਹਦੇ ਨਾਲ ਵੀ ਕੀਤੀ ਜਾ ਸਕਦੀ ਹੈ, ਨੈਚੁਰਲਾਈਜੇਸ਼ਨ ਤਰੀਕੇ ਨਾਲ ਵੀ ਕੀਤੀ ਜਾ ਸਕਦੀ ਹੈ। ਤਾਂ ਜ਼ਮੀਨ ਦੇ ਕਿਸੇ ਵੀ ਹਿੱਸੇ ਨੂੰ ਜਜ਼ਬ ਕਰਨਾ, ਖਰੀਦਣਾ ਕਰਨਾ, ਜੇਕਰ ਉਹ ਭਾਰਤ ਦਾ ਨਾਗਰਿਕ ਹੋਵੇਗਾ ਫਿਰ ਹੀ ਕਰ ਸਕਦਾ ਹੈ, ਤਾਂ ਇਸ ਤਰ੍ਹਾਂ ਵੀ ਕੀਤੀ ਜਾ ਸਕਦੀ ਹੈ। ਪਰ ਜਿਹੜਾ ਭਾਰਤੀ ਬੈਂਕਾਂ ਵਿੱਚ ਪੈਸਾ ਜੋ ਹੈਗਾ ਜਮ੍ਹਾਂ ਕਰਨਾ, ਇੱਥੇ ਐਵੇਂ ਦੀ ਕੋਈ ਵੀ ਕੰਡੀਸ਼ਨ ਨਹੀਂ ਹੈਗੀ, ਠੀਕ ਹੈ। ਇਹ ਜਿਵੇਂ ਜੋ ਸਾਊਦੀ ਅਰਬ ਹੈ, ਸਾਊਦੀ ਅਰਬ ਹੋ ਗਿਆ, UAE ਹੋ ਗਿਆ, ਠੀਕ ਹੈ। ਇੱਥੇ ਕੀ ਕੰਡੀਸ਼ਨ ਹੈ, ਜਿਵੇਂ ਵੱਡੇ ਵੱਡੇ ਜੋ ਐਕਟਰ ਜਾਂਦੇ ਆ ਜਾਂ ਕੋਈ ਹੋਰ ਕਰੋੜਪਤੀ ਜਾਂਦੇ ਆ ਤਾਂ ਉਹ ਕੀ ਕਰਦੇ ਆ ਕਿ ਬੈਂਕਾਂ ਦੇ ਵਿੱਚ ਕਾਫੀ ਪੈਸਾ ਜਮ੍ਹਾਂ ਕਰ ਦਿੰਦੇ ਆ, ਠੀਕ ਹੈ। ਉਹਦੇ ਕਰਕੇ ਕੀ ਹੁੰਦਾ ਹੈ ਕਿ ਇਹਨਾਂ ਨੂੰ ਜੋ ਹੈਗਾ ਇਹਨਾਂ ਨੂੰ ਸਿਟੀਜ਼ਨਸ਼ਿਪ ਵੀ ਮਿਲ ਜਾਂਦੀ ਹੈ, ਠੀਕ ਹੈ, ਸਿਟੀਜ਼ਨਸ਼ਿਪ ਵੀ ਮਿਲ ਜਾਂਦੀ ਹੈ, ਪਲੱਸ ਇਹਨਾਂ ਦਾ ਗੋਲਡਨ ਵੀਜ਼ਾ ਵੀ ਲੱਗ ਜਾਂਦਾ ਹੈ, ਠੀਕ ਹੈ, ਜਿਹਦੇ ਕਰਕੇ ਜਦੋਂ ਮਰਜ਼ੀ ਆ ਜਾ ਸਕਦੇ ਹੈਗੇ ਆ। ਤਾਂ ਇੱਥੇ ਜਿਹੜੀ ਹੈਗੀ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਕੰਡੀਸ਼ਨ ਅਪਲਾਈ ਨਹੀਂ ਹੈਗੀ, ਤਾਂ ਕਰਕੇ ਇਹਦੇ ਵਿੱਚ ਜਿਹੜੀ ਫੋਰਥ ਆਪਸ਼ਨ ਹੈ ਇਹ ਰਾਈਟ ਹੈ। ਨੈਕਸਟ ਕੁਐਸਚਨ ਹੈ, ਹੇਠ ਲਿਖਿਆਂ ਵਿੱਚੋਂ ਕੌਣ ਨਾਗਰਿਕਤਾ ਸੋਧ ਐਕਟ 2015 ਦੇ ਅਧੀਨ ਭਾਰਤ ਕਾਰਡ ਧਾਰਕ ਦੇ ਵਿਸ਼ੇਸ਼ ਨਾਗਰਿਕ ਵਜੋਂ ਰਜਿਸਟਰਡ ਹੈ। ਤਾਂ ਕਾਰਡ ਧਾਰਕ ਰਹਿ ਗਿਆ ਓਵਰਸੀਜ਼ ਸਿਟੀਜ਼ਨ ਆਫ ਇੰਡੀਆ, ਜਿਹੜਾ ਅਸੀਂ OCI ਕਾਰਡ ਪੜ੍ਹਿਆ ਸੀਗਾ। ਤਾਂ ਕਹਿੰਦੇ ਕਿ ਇਹਨਾਂ ਦੇ ਵਿੱਚੋਂ ਜਿਹੜੀ 2015 ਦੇ ਵਿੱਚ ਅਮੈਂਡਮੈਂਟ ਹੋਈ ਸੀਗੀ, ਕਿਹੜੀ ਕੰਡੀਸ਼ਨ ਨਹੀਂ ਹੈਗੀ, ਤਾਂ ਫਸਟ ਕੰਡੀਸ਼ਨ ਕਹਿੰਦੇ ਆ ਕਿ ਇੱਕ ਨਾਬਾਲਿਗ ਬੱਚਾ ਜਿਸ ਦੇ ਮਾਤਾ ਪਿਤਾ ਭਾਰਤੀ ਨਾਗਰਿਕ ਹਨ, ਠੀਕ ਹੈ, ਇਹ ਕੰਡੀਸ਼ਨ ਸਹੀ ਹੈ। ਭਾਰਤੀ ਨਾਗਰਿਕ ਦੇ ਵਿਦੇਸ਼ੀ ਮੂਲ ਦਾ ਜੀਵਨ ਸਾਥੀ, ਤੇ ਹੁਣ ਕਹਿੰਦੇ ਕਿ ਭਾਰਤੀ ਨਾਗਰਿਕ ਹੋਵੇ ਪਰ ਵਿਦੇਸ਼ੀ ਕੋਈ ਜਿਵੇਂ ਫੋਰਨਰ ਦਾ ਕਿਸੇ ਦਾ ਵੀ ਹੋਵੇ ਤਾਂ ਉੱਥੋਂ ਦਾ ਮੂਲ ਸਾਥੀ, ਤਾਂ ਬਿਲਕੁਲ ਇਹ ਵੀ ਹੈਗਾ ਕਾਰਡ ਧਾਰਕ ਹੈਗਾ। OCI ਵੱਲੋਂ ਇਹ 2015 ਦੇ ਵਿੱਚ ਨਾਗਰਿਕਤਾ ਸੋਧ ਐਕਟ ਦੇ ਵਿੱਚ ਇਹ ਕੰਡੀਸ਼ਨ ਅਪਲਾਈ ਹੋਈ ਸੀਗੀ। ਅੱਗੇ ਫੋਰਥ ਆਪਸ਼ਨ ਇਹ ਕਹਿੰਦੇ ਆ ਕਿ ਪ੍ਰਤੀ ਪੁੱਤਰ ਦਾ ਇੱਕ ਵੱਡਾ ਪੋਤਾ ਜੋ ਕਿ ਕਿਸੇ ਹੋਰ ਦੇਸ਼ ਦਾ ਨਾਗਰਿਕ ਹੈ ਪਰ ਜਿਸ ਦਾਦਾ ਦਾਦੀ ਸੰਵਿਧਾਨ ਦੀ ਸ਼ੁਰੂਆਤ ਸਮੇਂ ਭਾਰਤ ਦੇ ਨਾਗਰਿਕ ਹਨ, ਇਹ ਵੀ ਸਹੀ ਹੈਗਾ। ਤਾਂ ਇਹਦੇ ਵਿੱਚ ਜਿਹੜੀ C ਆਪਸ਼ਨ ਹੈਗੀ ਹੈ ਇਹ ਨਹੀਂ ਅਪਲਾਈ, ਕਿਉਂਕਿ ਪਾਕਿਸਤਾਨ ਹੈ ਨਾ, ਪਾਕਿਸਤਾਨ ਚਲੇ ਗਏ ਤਾਂ ਪਾਕਿਸਤਾਨ ਦਾ ਜੋ ਹੈਗਾ ਇਹ ਕੰਡੀਸ਼ਨ ਅਪਲਾਈ ਨਹੀਂ ਹੁੰਦੀ। ਭਾਰਤੀ ਜੋ ਵੰਡ ਤੋਂ ਬਾਅਦ ਪਾਕਿਸਤਾਨ ਚਲੇ ਗਏ, ਭਾਰਤੀ ਜੋ ਵੰਡ ਤੋਂ ਬਾਅਦ ਪਾਕਿਸਤਾਨ ਚਲੇ ਗਏ, ਇੰਡੀਆ ਹੂ ਮਾਈਗ੍ਰੇਟਡ ਟੂ ਪਾਕਿਸਤਾਨ ਆਫਟਰ ਪਾਰਟੀਸਪੇਸ਼ਨ, ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਦ ਸਿਟੀਜ਼ਨਸ਼ਿਪ ਪ੍ਰੋਵਾਈਡ ਬਾਈ ਦ ਕਨਸਟੀਟਿਊਸ਼ਨ ਆਫ ਇੰਡੀਆ ਇਜ਼, ਜਿਹੜੀ ਸਿਟੀਜ਼ਨਸ਼ਿਪ ਹੈ ਪ੍ਰੋਵਾਈਡ ਹੁੰਦੀ ਹੈ ਡਿਊਲ ਸਿਟੀਜ਼ਨਸ਼ਿਪ, ਸਿੰਗਲ ਸਿਟੀਜ਼ਨਸ਼ਿਪ ਜਾਂ ਬੋਥ ਆਫ ਦਾ ਅਬਵ। ਤਾਂ ਇੰਡੀਆ ਦੇ ਵਿੱਚ ਸਿੰਗਲ ਸਿਟੀਜ਼ਨਸ਼ਿਪ ਪ੍ਰੋਵਾਈਡ ਹੁੰਦੀ ਹੈ। ਨੈਕਸਟ ਕੁਐਸਚਨ ਹੈ, ਭਾਰਤ ਵਿੱਚ ਨਾਗਰਿਕਤਾ ਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਸਹੀ ਹਨ? ਤਾਂ ਰਾਜ ਅਤੇ ਜੋ ਰਾਸ਼ਟਰ ਦੀ ਦੋਹਰੀ ਨਾਗਰਿਕਤਾ, ਡਿਊਲ ਸਿਟੀਜ਼ਨਸ਼ਿਪ ਆਫ ਦਾ ਸਟੇਟ ਐਂਡ ਨੇਸ਼ਨ, ਜੋ ਕਿਸੇ ਰਾਜ ਦੀ ਇਕੱਲੇ ਨਾਗਰਿਕਤਾ, ਪੂਰੇ ਭਾਰਤ ਦੀ ਇੱਕੋ ਨਾਗਰਿਕਤਾ ਜਾਂ ਭਾਰਤ ਤੇ ਕਿਸੇ ਹੋਰ ਦੇਸ਼ ਦੀ ਦੋਹਰੀ ਨਾਗਰਿਕਤਾ। ਉਹ ਕਹਿੰਦੇ ਕਿ ਨਾਗਰਿਕਤਾ ਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਸਹੀ ਨੇ ਭਾਰਤ ਦੇ ਵਿੱਚ? ਭਾਰਤ ਦੇ ਵਿੱਚ ਕਹਿੰਦੇ ਕਿ ਰਾਜ ਅਤੇ ਰਾਸ਼ਟਰ ਦੀ ਦੋਹਰੀ ਨਾਗਰਿਕਤਾ ਦੀ ਤਾਂ ਗੱਲ ਹੀ ਨਹੀਂ ਹੁੰਦੀ, ਠੀਕ ਹੈ। ਫਿਰ ਸਿੰਗਲ ਸਿਟੀਜ਼ਨਸ਼ਿਪ ਆਫ ਅ ਸਟੇਟ, ਠੀਕ ਹੈ, ਪੂਰੇ ਭਾਰਤ ਦੀ ਇੱਕੋ ਨਾਗਰਿਕਤਾ, ਆ ਬਿਲਕੁਲ ਸਹੀ ਹੈ। ਪੂਰੇ ਭਾਰਤ ਵਿੱਚ ਇੱਕੋ ਜਿਹੀ ਕੰਡੀਸ਼ਨ ਸਿਟੀਜ਼ਨਸ਼ਿਪ ਲਈ ਅਪਲਾਈ ਹੁੰਦੀ ਹੈ, ਚਾਹੇ ਉਹ ਕਿਹੜੀ ਵੀ ਸਟੇਟ ਦਾ ਨਾਗਰਿਕ ਹੋਵੇ। ਤਾਂ ਨੈਕਸਟ ਕੁਐਸਚਨ ਹੈ, ਸਿਟੀਜ਼ਨਸ਼ਿਪ ਐਕਟ 1955 ਦੇ ਤਹਿਤ ਭਾਰਤੀ ਮੂਲ ਦੇ ਵਿਅਕਤੀ ਨੂੰ ਭਾਰਤ ਦਾ ਨਾਗਰਿਕ ਬਣਨ ਲਈ ਕਿੰਨੇ ਸਾਲਾਂ ਦੀ ਲੋੜ ਹੈ? ਇੱਥੇ ਮਤਲਬ ਰਹਿਣ ਲਈ ਲੋੜ ਹੈਗੀ ਹੈ ਤਾਂ 7 ਸਾਲ, 7 years। ਨੈਕਸਟ ਕੁਐਸਚਨ ਹੈ, ਕਿਹੜੇ ਦੇਸ਼ ਨੇ ਦੋਹਰੀ ਨਾਗਰਿਕਤਾ ਦੀ ਨੀਤੀ ਨੂੰ ਸਵੀਕਾਰ ਕੀਤਾ? ਠੀਕ ਹੈ, ਡਬਲ ਸਿਟੀਜ਼ਨਸ਼ਿਪ ਦੀ ਨੀਤੀ ਨੂੰ ਸਵੀਕਾਰ ਕੀਤਾ ਹੈਗਾ ਤਾਂ USA ਨੇ ਜਿਹੜੇ ਹੈਗੇ ਆ ਡਬਲ ਸਿਟੀਜ਼ਨਸ਼ਿਪ। ਦੇਖੋ ਭਾਰਤ ਵਿੱਚ ਵੀ ਸਿੰਗਲ ਸਿਟੀਜ਼ਨਸ਼ਿਪ ਹੈ, ਕੈਨੇਡਾ ਵਿੱਚ ਵੀ ਸਿੰਗਲ ਸਿਟੀਜ਼ਨਸ਼ਿਪ ਹੈ ਔਰ ਆਸਟ੍ਰੇਲੀਆ ਦੇ ਵਿੱਚ, ਪਰ USA ਜੋ ਹੈਗਾ ਉੱਥੇ ਜਿਹੜੀ ਹੈਗੀ ਹੈ ਦੋਹਰੀ ਨਾਗਰਿਕਤਾ ਦੀ ਨੀਤੀ ਨੂੰ ਸਵੀਕਾਰ ਕੀਤਾ ਹੈ।
ਹੇਠ ਲਿਖਿਆਂ ਵਿੱਚੋਂ ਕੌਣ ਨਾਗਰਿਕਤਾ ਪ੍ਰਾਪਤ ਕਰਨ ਲਈ ਸ਼ਰਤ ਲਿਖਣ ਦੇ ਯੋਗ ਹੈ? ਤਾਂ ਮਤਲਬ ਜੋ ਸਿਟੀਜ਼ਨਸ਼ਿਪ ਦੇ ਲਈ ਕੋਈ ਵੀ ਜੋ ਹੈਗਾ ਚੇਂਜਿਸ ਕਰਨੀ ਹੈ, ਐਕਟ ਲੈ ਕੇ ਆਉਣਾ ਹੈ, ਕੋਈ ਨਿਊ ਸ਼ਰਤ ਲੈ ਕੇ ਆਉਣੀ ਹੈ, ਤਾਂ ਕੌਣ ਕਰੇਗਾ? ਇਲੈਕਸ਼ਨ ਕਮਿਸ਼ਨ, ਪ੍ਰੈਜ਼ੀਡੈਂਟ, ਪਾਰਲੀਮੈਂਟ ਐਂਡ ਸਟੇਟ ਲੈਜਿਸਲੇਚਰ ਜੁਆਇੰਟਲੀ ਜਾਂ ਪਾਰਲੀਮੈਂਟ? ਤਾਂ ਪਾਰਲੀਮੈਂਟ ਹੈ ਜੋ ਉਹ ਨਿਊ ਕੰਡੀਸ਼ਨਸ ਲੈ ਕੇ ਆ ਸਕਦੀ ਹੈ, ਐਕਟ ਲੈ ਕੇ ਆ ਸਕਦੀ ਹੈ। ਨੈਕਸਟ ਕੁਐਸਚਨ ਹੈ, ਭਾਰਤ ਵਿੱਚ ਨਾਗਰਿਕਤਾ ਦੇ ਮੁੱਦੇ ਨੂੰ ਨਿਰਧਾਰਿਤ ਕਰਨ ਦੀ ਨਿਵੇਕਲੀ ਸ਼ਕਤੀ ਕਿਸ ਵਿੱਚ ਕੋਲ ਹੈਗੀ ਹੈ? ਕੋਈ ਵੀ ਨਾਗਰਿਕਤਾ ਦੇ ਮੁੱਦੇ ਨੂੰ ਜੋ ਹੈਗਾ ਕੋਈ ਇਸ਼ੂ ਹੋਇਆ ਹੈ, ਉਹਦੇ ਵਿੱਚ ਚੇਂਜ ਕਰਨੀ ਹੈ, ਘੱਟ ਕਰਨਾ ਹੈ, ਵੱਧ ਕਰਨਾ ਹੈ, ਕੁਝ ਐਡ ਕਰਨਾ ਹੈ, ਤਾਂ ਕੌਣ ਲੈ ਕੇ ਆ ਸਕਦਾ ਹੈ? ਪਾਰਲੀਮੈਂਟ, ਪ੍ਰੈਜ਼ੀਡੈਂਟ, ਸੈਂਟਰਲ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ? ਤਾਂ ਪਾਰਲੀਮੈਂਟ ਲੈ ਕੇ ਆਏਗੀ। ਨੈਕਸਟ ਕੁਐਸਚਨ ਹੈ ਸਟੂਡੈਂਟ, ਹੇਠ ਦਿੱਤੇ ਬਿਆਨਾਂ ਤੇ ਗੌਰ ਕਰੋ। ਕਹਿੰਦੇ ਜੋ ਧਾਰਾ ਹੈ 371 ਏ, ਠੀਕ ਹੈ, 370 ਏ ਹੈਗਾ, ਕਹਿੰਦੇ ਕਿ ਉਹ ਸੰਵਿਧਾਨ ਦੇ ਵਿੱਚ ਨਾਗਾਲੈਂਡ, ਅਸਾਮ, ਮਨੀਪੁਰ, ਆਂਧਰਾ ਪ੍ਰਦੇਸ਼, ਸਿੱਕਿਮ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼ ਤੇ ਗੋਆ ਦੀਆਂ ਖੇਤਰੀ ਮੰਗਾਂ ਨੂੰ ਪੂਰਾ ਕਰਨ ਲਈ ਸ਼ਾਮਿਲ ਕੀਤਾ ਗਿਆ। ਬਿਲਕੁਲ ਸਹੀ ਕੀਤਾ ਗਿਆ। ਭਾਰਤ ਦਾ ਸੰਵਿਧਾਨ ਅਤੇ ਸੰਯੁਕਤ ਰਾਜ ਅਮਰੀਕਾ ਇੱਕ ਦੋਹਰੀ ਨੀਤੀ ਮਤਲਬ ਯੂਨੀਅਨ ਅਤੇ ਰਾਜ ਦੀ ਕਲਪਨਾ ਕਰਦਾ ਹੈ, ਪਰ ਇੱਕੋ ਨਾਗਰਿਕਤਾ ਹੈ ਤਾਂ ਗਲਤ ਹੈ। USA ਦੇ ਵਿੱਚ ਕੀ ਹੈਗਾ? ਦੋਹਰੀ ਨਾਗਰਿਕਤਾ ਹੈਗੀ ਹੈ। ਭਾਰਤ ਦਾ ਕੁਦਰਤੀ ਨਾਗਰਿਕ ਕਦੇ ਵੀ ਉਸ ਦੀ ਨਾਗਰਿਕਤਾ ਤੋਂ ਵਾਂਝਾ ਨਹੀਂ ਹੋ ਸਕਦਾ, ਕੁਦਰਤੀ ਨਾਗਰਿਕਤਾ ਤੋਂ ਵਾਂਝਾ ਨਹੀਂ ਹੋ ਸਕਦਾ। ਤਾਂ ਇਹਨਾਂ ਵਿੱਚੋਂ ਕਿਹੜੀ ਕੰਡੀਸ਼ਨ ਜਿਹੜੀ ਹੈਗੀ ਹੈ ਬਿਲਕੁਲ ਰਾਈਟ ਹੈਗੀ ਹੈ? ਤਾਂ ਇਹਦੇ ਵਿੱਚ ਜਿਹੜੀ ਹੈਗੀ ਹੈ ਫਸਟ ਤੇ 3 ਬਿਲਕੁਲ ਰਾਈਟ ਹੈਗੀ ਹੈ, ਤਾਂ ਬੀ ਆਪਸ਼ਨ ਸਹੀ ਹੈਗੀ ਹੈ। ਨੈਕਸਟ, ਸੰਸਦੀ ਪ੍ਰਣਾਲੀ ਅਤੇ ਅਕਹਿਰੀ ਨਾਗਰਿਕਤਾ ਕਿਸ ਦੇਸ਼ ਦੇ ਸੰਵਿਧਾਨ ਤੋਂ ਲਈ ਗਈ ਹੈ? ਪਾਰਲੀਮੈਂਟ ਸਿਸਟਮ ਤੇ ਸਿੰਗਲ ਸਿਟੀਜ਼ਨਸ਼ਿਪ, ਠੀਕ ਹੈ। ਪਾਰਲੀਮੈਂਟ ਸਿਸਟਮ ਤੇ ਸਿਟੀਜ਼ਨਸ਼ਿਪ ਆਪਾਂ ਕਿੱਥੋਂ ਲਈ ਹੈ? ਬ੍ਰਿਟੇਨ ਤੋਂ। ਬ੍ਰਿਟੇਨ ਤੋਂ, ਜਿਵੇਂ ਇੰਡੀਆ ਦੇ ਵਿੱਚ ਵੀ ਪਾਰਲੀਮੈਂਟ ਸਿਸਟਮ ਹੈ ਔਰ ਇੰਡੀਆ ਦੇ ਵਿੱਚ ਵੀ ਸਿੰਗਲ ਸਿਟੀਜ਼ਨਸ਼ਿਪ ਹੈ, ਤੇ ਤਾਂ ਅਸੀਂ ਬ੍ਰਿਟੇਨ ਤੋਂ ਹੀ ਲਈ ਹੈ। ਅਗਲਾ ਕੁਐਸਚਨ ਹੈ, ਫੰਡਾਮੈਂਟਲ ਰਾਈਟਸ ਦਾ ਪੋਸਟ ਆਫ ਪ੍ਰੈਜ਼ੀਡੈਂਟ, ਦਾ ਪੋਸਟ ਆਫ ਵਾਈਸ ਪ੍ਰੈਜ਼ੀਡੈਂਟ ਆਰ ਡਿਰਾਈਵਡ ਫਰੋਮ ਵਿਚ ਕੰਟਰੀ? ਅਮਰੀਕਾ, ਆਇਰਲੈਂਡ, ਰੂਸ ਜਾਂ ਜਾਪਾਨ? ਤਾਂ ਇਹਨਾਂ ਵਿੱਚੋਂ ਕਿਹੜੀ ਕੰਟਰੀ ਹੈ ਸਟੂਡੈਂਟ? ਇੱਕ ਮਿੰਟ, ਹਾਂਜੀ, ਫੰਡਾਮੈਂਟਲ ਰਾਈਟ ਤੇ ਰਾਸ਼ਟਰਪਤੀ ਜੋ ਹੈਗੀ ਹੈ ਅਸੀਂ ਕਿੱਥੋਂ ਲਿਆ? USA ਤੋਂ। ਫੰਡਾਮੈਂਟਲ ਰਾਈਟ ਔਰ ਰਾਸ਼ਟਰਪਤੀ ਕਿੱਥੋਂ ਲਿਆ ਗਿਆ? USA ਤੋਂ। ਐਮਰਜੈਂਸੀ ਕਿਸ ਦੇਸ਼ ਦੇ ਸੰਵਿਧਾਨ ਤੋਂ ਸ਼ਾਮਿਲ ਕੀਤਾ ਗਿਆ ਹੈ? ਐਮਰਜੈਂਸੀ ਐਮਰਜੈਂਸੀ ਅਸੀਂ ਕਿੱਥੋਂ ਲਿਆ ਗਿਆ? ਜਾਪਾਨ, ਰੂਸ, ਜਰਮਨੀ ਜਾਂ ਆਸਟ੍ਰੇਲੀਆ? ਤਾਂ ਜਰਮਨੀ ਤੋਂ ਇਹ ਲਿਆ ਗਿਆ ਹੈ। ਸਮਵਰਤੀ ਸੂਚੀ ਦੀ ਵੰਡ ਕਿਸ ਦੇਸ਼ ਤੋਂ ਸ਼ਾਮਿਲ ਕੀਤੀ ਗਈ ਹੈ? ਦੇਖੋ ਸਟੂਡੈਂਟ, ਜੋ ਕਨਕਰੰਟ ਲਿਸਟ ਹੈਗੀ ਹੈ, ਕਨਕਰੰਟ ਲਿਸਟ ਹੈ, ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦੇਵਾਂ, ਯੂਨੀਅਨ ਲਿਸਟ, ਸਟੇਟ ਲਿਸਟ, ਕਨਕਰੰਟ ਲਿਸਟ, ਠੀਕ ਹੈ। ਇਹ 3 ਲਿਸਟ ਜਿਵੇਂ ਹੈਗੀਆਂ ਨੇ, ਉਹ ਯੂਨੀਅਨ ਔਰ ਸਟੇਟ ਜਿਹੜੀ ਹੈਗੀ ਹੈ ਕਿੱਥੋਂ ਲਈ ਗਈ ਹੈ? ਕੈਨੇਡਾ ਤੋਂ। ਜਿਹੜੀ ਕਨਕਰੰਟ ਲਿਸਟ ਹੈ ਕਿੱਥੋਂ ਲਈ ਗਈ ਹੈ? ਆਸਟ੍ਰੇਲੀਆ ਤੋਂ। ਤਾਂ ਤੁਹਾਨੂੰ ਤਿੰਨੋਂ ਲਿਸਟਾਂ ਦਾ ਬਾਰੇ ਦੱਸ ਦਿੱਤਾ ਹੈਗਾ। ਨੈਕਸਟ ਕੁਐਸਚਨ ਹੈ, ਵਿਧੀ ਦੁਆਰਾ ਸਥਾਪਿਤ ਪ੍ਰਕਿਰਿਆ ਨੂੰ ਜੋ ਹੈਗਾ ਸ਼ਾਮਿਲ ਕੀਤਾ ਗਿਆ ਹੈ। ਵਿਧੀ ਦੁਆਰਾ ਸਥਾਪਿਤ ਜਾਂ ਜੋ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਪ੍ਰੋਸੈਸ ਹੈਗਾ ਤਾਂ ਕਿੱਥੋਂ ਲਿਆ ਗਿਆ ਸੀ? ਜੋ ਹੈਗਾ ਜਾਪਾਨ ਤੋਂ ਲਿਆ ਗਿਆ ਹੈ। ਭਾਰਤ ਦੇ ਸੰਵਿਧਾਨ ਦਾ ਪਹਿਲਾ ਭਾਗ ਜਿਹੜਾ ਕਿ ਆਰਟੀਕਲ 1 to 4 ਹੈ ਕਿਸ ਦੇ ਨਾਲ ਸੰਬੰਧਿਤ ਹੈ? ਠੀਕ ਹੈ, ਤਾਂ ਦੇਖੋ ਸਟੂਡੈਂਟ, ਯੂਨੀਅਨ ਐਂਡ ਸਟੇਟ ਟੈਰੀਟਰੀ, ਫੰਡਾਮੈਂਟਲ ਰਾਈਟਸ, ਸਿਟੀਜ਼ਨਸ਼ਿਪ ਔਰ ਫੰਡਾਮੈਂਟਲ ਡਿਊਟੀ। ਤਾਂ ਯੂਨੀਅਨ ਐਂਡ ਸਟੇਟ ਟੈਰੀਟਰੀਜ਼ ਦੇ ਨਾਲ ਜੋ ਹੈਗਾ ਸੰਬੰਧਿਤ ਹੈ, ਤੇ ਜਿਹਦੇ ਵਿੱਚ ਫਸਟ ਆਰਟੀਕਲ ਜਿਹੜਾ ਹੈਗਾ ਇੰਡੀਆ ਇਜ਼ ਅ ਯੂਨੀਅਨ ਆਫ ਸਟੇਟਸ। 2 ਹੈਗਾ ਐਡੀਸ਼ਨਸ ਆਫ ਨਿਊ ਸਟੇਟ, ਔਰ 3 ਹੈਗਾ ਚੇਂਜਸ ਇਨ ਬਾਉਂਡਰੀ ਐਂਡ ਨੇਮਸ ਆਫ ਸਟੇਟ। ਜੋ 3 ਜੋ ਆਰਟੀਕਲ ਹੈਗਾ ਸਟੂਡੈਂਟ, ਉਹ 2 ਆਰਟੀਕਲ ਦੇ ਵਿੱਚ ਕੀ ਹੁੰਦਾ? ਐਸਟੈਬਲਿਸ਼ਮੈਂਟ, ਐਸਟੈਬਲਿਸ਼ਮੈਂਟ ਹੁੰਦੀ ਹੈ, ਠੀਕ ਹੈ। 3 ਦੇ ਵਿੱਚ ਕੀ ਹੁੰਦੀ ਹੈ? ਫੋਰਮੇਸ਼ਨ ਹੁੰਦੀ ਹੈ। ਇਹ ਜਿਹੜਾ ਵੀ ਇੰਡੀਆ ਵਿੱਚ ਜੋ ਵੀ ਇੰਟਰਨਲੀ ਪਾਰਟ ਹੈ, ਠੀਕ ਹੈ, ਇੰਟਰਨਲੀ ਪਾਰਟ ਹੈਗਾ ਇੰਡੀਆ ਦੇ ਵਿੱਚ,
ਉਹ 3 ਆਰਟੀਕਲ ਦੇ ਵਿੱਚ ਮੈਂਸ਼ਨ ਹੁੰਦਾ ਹੈ। ਜਿਹੜਾ ਕਿ ਇੰਡੀਆ ਤੋਂ ਬਾਹਰ ਦਾ ਕੋਈ ਵੀ ਜਿਵੇਂ ਕਿ ਇੱਥੇ ਜੋ ਜਾਂ ਬੰਗਲਾਦੇਸ਼ ਹੈ, ਇਹ ਇੱਥੋਂ ਕੁਝ ਕੁ ਹਿੱਸਾ ਲਿਆ ਹੈਗਾ ਇੰਡੀਆ ਦੇ ਵਿੱਚ ਐਡ ਕਰਨਾ ਹੈ, ਤਾਂ ਇਹ ਆਰਟੀਕਲ ਕਿਹੜੇ ਵਿੱਚ ਮੈਂਸ਼ਨ ਹੋਏਗਾ? ਆਰਟੀਕਲ 2 ਦੇ ਵਿੱਚ ਮੈਂਸ਼ਨ ਹੋਏਗਾ। ਤਾਂ ਨੈਕਸਟ ਕੁਐਸਚਨ ਹੈ ਸਟੂਡੈਂਟ, ਸਿਟੀਜ਼ਨਸ਼ਿਪ ਇਜ਼ ਡਿਸਕ੍ਰਾਈਬਡ ਇਨ ਵਿਚ ਆਰਟੀਕਲ। ਹੁਣ ਸਿਟੀਜ਼ਨਸ਼ਿਪ ਕਿਹੜੇ ਆਰਟੀਕਲ ਦੇ ਵਿੱਚ ਮੈਂਸ਼ਨ ਹੈ? ਆਰਟੀਕਲ 5 to 11 ਆਰਟੀਕਲ ਦੇ ਵਿੱਚ ਮੈਂਸ਼ਨ ਹੈ। ਨੈਕਸਟ ਕੁਐਸਚਨ ਹੈ, ਮੌਲਿਕ ਅਧਿਕਾਰ ਭਾਰਤੀ ਸੰਵਿਧਾਨ ਵਿੱਚ ਕਿਸ ਦੇਸ਼ ਤੋਂ ਲਿਆ ਗਿਆ ਹੈ? ਜੋ ਫੰਡਾਮੈਂਟਲ ਰਾਈਟ ਹੈਗਾ ਸਟੂਡੈਂਟ, ਉਹ ਕਿਹੜੇ ਦੇਸ਼ ਤੋਂ ਲਿਆ ਗਿਆ ਹੈ? ਆਸਟ੍ਰੇਲੀਆ ਤੋਂ, ਅਮਰੀਕਾ ਤੋਂ, ਰਸ਼ੀਆ ਤੋਂ ਜਾਂ ਆਇਰਲੈਂਡ ਤੋਂ? ਫੰਡਾਮੈਂਟਲ ਰਾਈਟ ਅਸੀਂ ਅਮਰੀਕਾ ਤੋਂ ਲੈ ਗਏ ਔਰ ਫੰਡਾਮੈਂਟਲ ਰਾਈਟ ਕਿਹੜੇ ਪਾਰਟ 3 ਪਾਰਟ ਦੇ ਵਿੱਚ ਆਉਂਦਾ ਹੈਗਾ? ਆਰਟੀਕਲ ਕਿਹੜੇ ਹੈਗੇ? 12 to 35। ਤਾਂ ਇਹ ਵੀ ਅੱਗੇ ਕੁਐਸਚਨ ਹੈਗਾ, ਭਾਰਤੀ ਨਾਗਰਿਕਾਂ ਲਈ ਕਿੰਨੇ ਮੌਲਿਕ ਅਧਿਕਾਰ ਹਨ? ਫੰਡਾਮੈਂਟਲ ਰਾਈਟ ਪ੍ਰਦਾਨ ਕੀਤੇ ਗਏ ਹਨ। ਅੱਜ ਦੇ ਟਾਈਮ ਹੈ, ਜਦੋਂ ਸਨ ਆ ਜਾਂਦੇ ਉਦੋਂ ਆਣੇ ਸੀ 7, ਤਾਂ ਅੱਜ ਦੇ ਟਾਈਮ ਕਿੰਨੇ ਹੈਗੇ ਆ ਫੰਡਾਮੈਂਟਲ ਰਾਈਟ? ਤਾਂ 6 ਹੈਗੇ ਆ। ਤਾਂ ਕਿਹਨੂੰ ਨਿਕਾਲ ਦਿੱਤਾ ਸੀਗਾ? ਰਾਈਟ ਟੂ ਪ੍ਰੋਪਰਟੀ ਨੂੰ। ਠੀਕ ਹੈ, ਜਿਹੜਾ ਕਿ 31 ਆਰਟੀਕਲ ਦੇ ਨਾਲ ਰਿਲੇਟ ਹੈ। ਇਹਨੂੰ ਕੀ ਜੋ ਹੈਗਾ 300A(1) ਦੇ ਥਰੂ ਲੀਗਲ ਰਾਈਟ ਦੇ ਦਿੱਤਾ ਗਿਆ। ਠੀਕ ਹੈ, ਔਰ ਕਿਹੜੀ ਅਮੈਂਡਮੈਂਟ ਦੇ ਥਰੂ ਇਹਨੂੰ ਮਤਲਬ ਜੋ ਫੰਡਾਮੈਂਟਲ ਰਾਈਟਸ ਦੇ ਵਿੱਚੋਂ ਨਿਕਾਲਿਆ ਸੀਗਾ? 44th ਅਮੈਂਡਮੈਂਟ 1978। ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਹੁਣ ਦੇਖੋ ਇਹਦੇ ਵਿੱਚ ਪੂਰੀ ਡਿਟੇਲ ਵਾਈਜ਼ ਇਹ ਵੀ ਦੱਸਿਆ ਗਿਆ ਹੈ ਕਿ ਫੰਡਾਮੈਂਟਲ ਰਾਈਟ ਪਹਿਲੇ ਕਿੰਨੇ ਸੀ? 7 ਸੀ। 1978 44th ਜਿਹੜੀ ਹੈਗੀ ਅਮੈਂਡਮੈਂਟ ਹੋਈ ਸੀਗੀ, ਜਿਹਦੇ ਸੰਪत्ति ਦੇ ਅਧਿਕਾਰ ਨੂੰ ਬਾਹਰ ਕੱਢ ਦਿੱਤਾ ਗਿਆ, ਜਿਹਦੇ ਵਿੱਚ ਸਟੂਡੈਂਟ ਦੇਖੋ ਸਮਾਨਤਾ ਦਾ ਅਧਿਕਾਰ 14 to 18, ਸੁਤੰਤਰਤਾ ਦਾ 1922, ਜੋ ਸ਼ੋਸ਼ਣ ਦੇ ਵਿਰੁੱਧ 23, 4 ਔਰ 25, ਇਸ ਤਰ੍ਹਾਂ ਆ ਸਾਰੇ ਮੈਂਸ਼ਨ ਹੈਗੇ ਆ। ਨੈਕਸਟ ਹੈਗਾ, ਹਾਊ ਮੈਨੀ ਫੰਡਾਮੈਂਟਲ ਰਾਈਟਸ ਆਰ ਪ੍ਰੋਵਾਈਡਡ ਟੂ ਇੰਡੀਅਨ ਸਿਟੀਜ਼ਨਸ਼ਿਪ, ਅਸੀਂ ਕਰ ਲਿਆ ਹੈਗਾ, ਇਹ ਵੀ ਤੁਹਾਨੂੰ ਦੱਸ ਦਿੱਤਾ। ਅੱਗੇ ਹੈਗਾ, ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ ਕਿੱਥੋਂ ਲਈ ਗਈ ਹੈ? ਕਿਹੜੇ ਜੋ ਆਰਟੀਕਲ ਨੇ 36 to 30 ਜੋ 51 ਹੈਗੇ ਆਰਟੀਕਲ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ ਹੈ, ਲਏ ਗਏ ਕਿੱਥੋਂ ਹੈਗੇ ਆ? ਆਇਰਲੈਂਡ ਤੋਂ। ਠੀਕ ਹੈ, ਇਹਦੇ ਵਿੱਚ 3 ਤਰ੍ਹਾਂ ਨਾਲ ਜੋ ਤਿੰਨ ਤਰੀਕੇ ਦੇ ਨਾਲ ਡਿਵਾਈਡ ਕੀਤੇ ਗਏ ਆ ਜਿਹੜੇ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ, ਜਿਵੇਂ ਗਾਂਧੀਨ ਹੋ ਗਏ, ਸੋਸ਼ਲ ਹੋ ਗਏ, ਤਾਂ ਉਹਨਾਂ ਨੂੰ ਅੱਗੇ ਆਰਟੀਕਲ ਦੇ ਥਰੂ ਡਿਵਾਈਡ ਕੀਤਾ ਹੋਇਆ। ਕਹਿੰਦੇ ਕਿਸ ਦੇਸ਼ ਤੋਂ ਲਏ ਗਏ ਹੈ? ਆਇਰਲੈਂਡ ਤੋਂ ਲਏ ਗਏ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ। ਅੱਗੇ ਹੈਗਾ ਫੰਡਾਮੈਂਟਲ ਜਿਹੜੇ ਡਿਊਟੀਜ਼ ਹੈਗੀ ਹੈ, ਇਹ ਕਿਸ ਦੇਸ਼ ਤੋਂ ਲਏ ਗਏ ਆ ਫੰਡਾਮੈਂਟਲ ਡਿਊਟੀਜ਼? ਤਾਂ ਫੰਡਾਮੈਂਟਲ ਡਿਊਟੀਜ਼ ਰਾਜੇ ਅਸੀਂ ਰਸ਼ੀਆ ਤੋਂ ਲਏ ਗਏ ਹੈਗੇ ਆ, USSR ਤੋਂ। ਅੱਗੇ ਹੈਗਾ ਮੌਲਿਕ ਕਰਤੱਵ ਦਾ ਵਰਣਨ ਕਿਹਦੇ ਵਿੱਚ ਹੈਗਾ? ਐਕਸਪਲੇਨ ਕਿਹਦੇ ਵਿੱਚ ਹੈਗਾ? 51A ਆਰਟੀਕਲ ਦੇ ਵਿੱਚ। ਮੌਲਿਕ ਕਰਤੱਵ ਦੀ ਗਿਣਤੀ ਕਿੰਨੀ ਹੈ? 11। ਦੇਖੋ ਸਟੂਡੈਂਟ ਮੌਲਿਕ ਜੋ ਫੰਡਾਮੈਂਟਲ ਡਿਊਟੀਜ਼ ਬਾਰੇ ਤੁਹਾਨੂੰ ਕੁਝ ਕੁ ਜਾਣਕਾਰੀ ਦੇ ਦੇਵਾਂ। ਫੰਡਾਮੈਂਟਲ ਡਿਊਟੀ ਜਿਹੜੀ ਹੈਗੀ ਹੈ, ਇਹ ਜੋ ਸਾਡੇ ਮੂਲ ਸੰਵਿਧਾਨ ਦੇ ਵਿੱਚ ਇਹ ਮੈਂਸ਼ਨ ਨਹੀਂ ਹੈਗੇ ਸੀਗੇ। ਠੀਕ ਹੈ, ਇਹ ਫਿਰ ਕਦੋਂ ਮੈਂਸ਼ਨ ਕੀਤੇ ਗਏ? 42nd ਅਮੈਂਡਮੈਂਟ 1976 ਦੇ ਵਿੱਚ, ਜੋ 10 ਡਿਊਟੀਜ਼ ਐਡ ਕਰ ਦਿੱਤੀਆਂ ਗਈਆਂ। ਠੀਕ ਹੈ, ਸਵਰਨ ਸਿੰਘ ਕਮੇਟੀ ਦੇ ਥਰੂ। ਫਿਰ ਸਟੂਡੈਂਟ ਜੋ ਹੈਗਾ 86th ਅਮੈਂਡਮੈਂਟ ਹੋਈ। ਠੀਕ ਹੈ, 2002 ਦੇ ਵਿੱਚ, ਉਹਦੇ ਵਿੱਚ 11 ਡਿਊਟੀ ਐਡ ਕੀਤੀ ਗਈ, ਜਿਹੜੀ ਹੈਗੀ ਹੈ ਡਿਊਟੀ ਟੂ ਪੇਰੈਂਟਸ ਪ੍ਰੋਵਾਈਡ ਦਾ ਐਜੂਕੇਸ਼ਨ। ਠੀਕ ਹੈ, ਇਹ ਇੰਪੋਰਟੈਂਟ ਤੁਹਾਡੇ ਲਈ ਇਨਫੋਰਮੇਸ਼ਨ ਸੀਗੀ। ਅੱਗੇ ਗਿਆ, ਭਾਰਤ ਵਿੱਚ ਕਿਸ ਤਰ੍ਹਾਂ ਦੀ ਨਾਗਰਿਕਤਾ ਹੈ? ਭਾਰਤ ਵਿੱਚ ਜੋ ਹੈਗਾ ਸਿੰਗਲ ਸਿਟੀਜ਼ਨਸ਼ਿਪ ਹੈ। ਇਹ ਰਿਪੀਟ ਹੋ ਗਿਆ ਕੁਐਸਚਨ। ਭਾਰਤ ਦਾ ਪਹਿਲਾ ਨਾਗਰਿਕ ਕੌਣ ਹੈ? Who is the first citizenship of India? The president,
ਪ੍ਰਾਈਮ ਮਿਨਿਸਟਰ, ਵਾਈਸ ਪ੍ਰੈਜ਼ੀਡੈਂਟ, ਗਵਰਨਰ। ਤਾਂ ਪ੍ਰੈਜ਼ੀਡੈਂਟ ਜਿਹੜਾ ਹੈਗਾ ਭਾਰਤ ਦਾ ਪਹਿਲਾ ਨਾਗਰਿਕ ਹੈ। ਕਹਿੰਦੇ ਕਿ ਭਾਰਤੀ ਸੰਵਿਧਾਨ ਅਧੀਨ ਅਵਿਸ਼ੇਸ਼ ਸ਼ਕਤੀਆਂ ਦਾ ਪ੍ਰਯੋਗ ਕਿਸ ਦੁਆਰਾ ਕੀਤਾ ਗਿਆ ਹੈ? ਅਵਿਸ਼ੇਸ਼ ਸ਼ਕਤੀਆਂ ਦਾ ਪ੍ਰਯੋਗ ਕਿਸ ਸੰਸਦ ਦੁਆਰਾ, ਸਥਾਨਕ ਸਰਕਾਰ ਦੁਆਰਾ, ਰਾਜ ਵਿਧਾਨ ਸਭਾ ਦੁਆਰਾ ਜਾਂ ਜ਼ਿਲ੍ਹਾ ਜੋ ਹੈਗਾ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ। ਤਾਂ ਭਾਰਤੀ ਸੰਵਿਧਾਨ ਅਧੀਨ ਅਵਿਸ਼ੇਸ਼ ਸ਼ਕਤੀਆਂ ਦਾ ਅਵਿਸ਼ੇਸ਼ ਸ਼ਕਤੀ ਰੈਜ਼ੀਡਿਊਰੀ ਪਾਵਰ ਦਾ ਜਿਹੜਾ ਹੈਗਾ ਉਪਯੋਗ ਕਿਸ ਦੁਆਰਾ ਕੀਤਾ ਗਿਆ ਹੈਗਾ? ਤਾਂ ਸਟੂਡੈਂਟ ਪਾਰਲੀਮੈਂਟ, ਲੋਕਲ ਗਵਰਨਮੈਂਟ ਨਹੀਂ ਹੈਗਾ, ਠੀਕ ਹੈ, ਸਟੇਟ ਲੈਜਿਸਲੇਚਰ ਨਹੀਂ ਹੈਗਾ, ਡਿਸਟ੍ਰਿਕਟ ਦਾ ਪਾਰਲੀਮੈਂਟ ਦੁਆਰਾ ਜਿਹੜਾ ਹੈਗਾ ਯੂਜ਼ ਕੀਤਾ ਗਿਆ, ਮਤਲਬ ਕੇਂਦਰ ਸਰਕਾਰ ਦੁਆਰਾ। ਰਾਸ਼ਟਰਪਤੀ ਦੇ ਪਦ ਦਾ ਵਰਣਨ ਕਿਸ ਅਨੁਛੇਦ ਵਿੱਚ ਹੈ? ਤਾਂ ਰਾਸ਼ਟਰਪਤੀ 51 ਜੋ ਇਹਨਾਂ ਦੀ ਜਿਹੜਾ ਹੈਗਾ ਪੋਸਟ ਬਾਰੇ, ਪ੍ਰੈਜ਼ੀਡੈਂਟ ਦੀ ਜਿਹੜੀ ਪੋਸਟ ਬਾਰੇ 51, 53, 52, 54 ਤਾਂ 54 ਆਰਟੀਕਲ ਦੇ ਵਿੱਚ ਮੈਂਸ਼ਨ ਹੈ। ਰਾਸ਼ਟਰਪਤੀ ਦਾ ਚੋਣ ਕੌਣ ਕਰਵਾਉਂਦਾ ਹੈ? ਤਾਂ ਰਾਸ਼ਟਰਪਤੀ ਦਾ ਜੋ ਇਲੈਕਸ਼ਨ ਹੈਗਾ ਕੌਣ ਕਰਵਾਉਂਦਾ ਹੈਗਾ? ਪਾਰਲੀਮੈਂਟ, ਇਲੈਕਸ਼ਨ ਕਮਿਸ਼ਨ, ਜੋ ਲੈਜਿਸਲੇਚਰ ਕੌਣ ਕਰਵਾਉਂਦਾ ਹੈਗਾ ਸਟੂਡੈਂਟ? ਤਾਂ ਜੋ ਹੈਗਾ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਹੁੰਦੇ ਹੈਗੇ ਆ ਤਾਂ ਉਹ ਚੋਣ ਆਯੋਗ ਕਰਵਾਉਂਦਾ ਹੈ, ਇਲੈਕਸ਼ਨ ਕਮਿਸ਼ਨ ਕਰਵਾਉਂਦਾ ਹੈ। ਨੈਕਸਟ ਕੁਐਸਚਨ ਹੈਗਾ ਰਾਸ਼ਟਰਪਤੀ ਦਾ ਚੋਣ ਵਿੱਚ ਕੌਣ ਭਾਗ ਲੈਂਦਾ ਹੈ? ਰਾਸ਼ਟਰਪਤੀ ਦੇ ਚੋਣ ਵਿੱਚ ਜੋ ਇਲੈਕਸ਼ਨ ਦੇ ਵਿੱਚ ਕੌਣ ਪਾਰਟਿਸਿਪੇਟ ਕਰਦਾ ਹੈਗਾ? ਇਲੈਕਟਡ ਮੈਂਬਰ ਆਫ ਦਾ ਲੋਕ ਸਭਾ, ਠੀਕ ਹੈ, ਰਾਜ ਸਭਾ ਦੇ ਚੁਣੇ ਹੋਏ ਮੈਂਬਰ, ਜਾਂ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ, ਜਾਂ ਸਾਰੇ ਹੀ ਸਹੀ। ਦੇਖੋ ਜੋ ਰਾਸ਼ਟਰਪਤੀ ਦਾ ਜਦੋਂ ਇਲੈਕਸ਼ਨ ਹੁੰਦਾ ਹੈ ਨਾ ਸਟੂਡੈਂਟ, ਤਾਂ ਲੋਕ ਸਭਾ ਹੁੰਦੇ ਹੈ, ਠੀਕ ਹੈ, ਪਲੱਸ ਰਾਜ ਸਭਾ ਪਲੱਸ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿਧਾਨ ਸਭਾਵਾਂ ਦੁਆਰਾ ਚੁਣੇ ਹੋਏ ਮੈਂਬਰ, ਠੀਕ ਹੈ। ਤਾਂ ਇਹਦੇ ਵਿੱਚ ਸਾਰੇ ਹੀ ਸਹੀ ਨੇ, ਬਸ ਇੰਨਾ ਧਿਆਨ ਰੱਖਣਾ ਕਿ ਕਿਹੜੇ ਨਹੀਂ ਹੁੰਦੇ, ਨੋਮੀਨੇਟਡ ਮੈਂਬਰ ਨਹੀਂ ਹੁੰਦੇ। ਪ੍ਰੈਜ਼ੀਡੈਂਟ ਦੇ ਇਲੈਕਸ਼ਨ ਦੇ ਵਿੱਚ ਨੋਮੀਨੇਟਡ ਮੈਂਬਰ ਨਹੀਂ ਹੁੰਦੇ, ਉਹ ਵਾਈਸ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਦੇ ਵਿੱਚ ਹੁੰਦੇ ਆ ਪਰ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਦੇ ਵਿੱਚ ਨਹੀਂ ਹੁੰਦੇ। ਨੈਕਸਟ ਕੁਐਸਚਨ ਹੈਗਾ ਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਹੁੰਦਾ ਹੈ? 5 ਸਾਲ ਦਾ ਹੁੰਦਾ ਹੈਗਾ। ਅੱਗੇ ਹੈਗਾ ਰਾਸ਼ਟਰਪਤੀ ਨੂੰ ਸਹੁੰ ਕੌਣ ਚੁਕਾਉਂਦਾ ਹੈ? ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰਾਜਪਾਲ ਜਾਂ ਸੁਪਰੀਮ ਕੋਰਟ ਦਾ ਜੱਜ। ਤਾਂ ਪ੍ਰੈਜ਼ੀਡੈਂਟ ਨੂੰ ਜੋ ਹੈ ਇਲੈਕਸ਼ਨ ਜੋ ਹੈਗਾ ਸਹੁੰ ਕੌਣ ਦਵਾਉਂਦਾ ਹੈਗਾ? ਤਾਂ ਚੀਫ ਜਸਟਿਸ ਆਫ ਇੰਡੀਆ। ਕਿਸੇ ਵੀ ਹਾਲਤ ਵਿੱਚ ਵੱਧ ਤੋਂ ਵੱਧ ਕਿੰਨੇ ਸਮੇਂ ਲਈ ਰਾਸ਼ਟਰਪਤੀ ਦਾ ਅਹੁਦਾ ਖਾਲੀ ਰਹਿ ਸਕਦਾ ਹੈ? ਠੀਕ ਹੈ, ਕਿਸੇ ਵੀ ਜੋ ਹਾਲਤ ਵਿੱਚ ਵੱਧ ਤੋਂ ਵੱਧ ਕਿੰਨੇ ਸਮੇਂ ਲਈ ਰਾਸ਼ਟਰਪਤੀ ਦਾ ਅਹੁਦਾ ਖਾਲੀ ਰਹਿ ਸਕਦਾ ਹੈ? 6 ਮਹੀਨੇ, 9 ਮਹੀਨੇ, 1 ਸਾਲ ਜਾਂ 2 ਮਹੀਨੇ। ਤਾਂ ਵੱਧ ਤੋਂ ਵੱਧ ਬੱਚੇ 6 ਮਹੀਨੇ ਖਾਲੀ ਰਹਿ ਸਕਦਾ, ਫਿਰ ਬਾਅਦ ਵਿੱਚ ਇਲੈਕਸ਼ਨ ਹੁੰਦੇ ਨੇ। ਭਾਰਤ ਦੀਆਂ ਤਿੰਨੇ ਸੈਨਾਵਾਂ ਦਾ ਮੁਖੀ ਕੌਣ ਹੈਗਾ? ਪ੍ਰੈਜ਼ੀਡੈਂਟ ਮੁਖੀ ਹੈਗਾ। ਨੈਕਸਟ ਕੁਐਸਚਨ ਹੈਗਾ ਸੰਵਿਧਾਨ ਦੇ ਕਿਸ ਅਨੁਛੇਦ ਰਾਹੀਂ ਰਾਸ਼ਟਰਪਤੀ ਕੋਲ ਸ਼ਕਤੀ ਹੈ ਕਿ ਉਹ ਕਿਸੇ ਅਪਰਾਧੀ ਦੀ ਸਜ਼ਾ ਮਾਫ ਕਰ ਸਕਦਾ ਹੈ? ਤਾਂ ਕਿਹੜੇ ਆਰਟੀਕਲ ਦੇ ਥਰੂ? 72, 73, 74 ਜਾਂ 75, 73 ਦੇ ਥਰੂ ਜੋ ਹੈਗਾ ਰਾਸ਼ਟਰਪਤੀ ਸਜ਼ਾ ਨੂੰ ਮਾਫੀ ਦੇ ਸਕਦਾ ਹੈ। ਭਾਰਤ ਦੇ ਰਾਸ਼ਟਰਪਤੀ ਕੋਲ ਕਿੰਨੇ ਪ੍ਰਕਾਰ ਦੀਆਂ ਵੀਟੋ ਸ਼ਕਤੀਆਂ ਨੇ? ਤਾਂ ਭਾਰਤ ਦੇ ਰਾਸ਼ਟਰਪਤੀ ਕੋਲ 3 ਪ੍ਰਕਾਰ ਦੀਆਂ ਵੀਟੋ ਸ਼ਕਤੀਆਂ ਨੇ। ਤਾਂ ਇਸ ਦੇ ਨਾਲ ਹੀ ਜੋ ਸਾਡੇ ਅੱਜ ਕੁਐਸਚਨ ਇੰਨੇ ਸੀਗੇ। ਤਾਂ ਉਮੀਦ ਹੈ ਸਟੂਡੈਂਟ ਤੁਹਾਨੂੰ ਕੁਐਸਚਨ ਸਮਝ ਆ ਗਏ ਹੋਣਗੇ, ਵਧੀਆ ਲੱਗੇ ਹੋਣਗੇ, ਇੱਕ ਤੁਹਾਡੇ ਲਈ ਹੈਲਪਫੁਲ ਹੋਣਗੇ। ਤਾਂ ਅਸੀਂ ਅੱਗੇ ਨਿਊ ਥਿਊਰੀ ਸੈਸ਼ਨ ਲੈ ਕੇ ਆਵਾਂਗੇ, ਤਾਂ ਤੁਸੀਂ ਉਨੀ ਦੇਰ ਤੱਕ ਵਧੀਆ ਤਿਆਰੀ ਕਰ ਲੈਣਾ। ਤੇ ਤੁਹਾਨੂੰ ਇਹ ਸੈਸ਼ਨ ਕਿਵੇਂ ਲੱਗਿਆ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਲਾਈਕ ਐਂਡ ਸ਼ੇਅਰ ਕਰ ਦਿਓ ਸਟੂਡੈਂਟ। ਤਾਂ ਥੈਂਕ ਯੂ, ਟੇਕ ਕੇਅਰ।